ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ। ਸਵਾਗਤ ਹੈ ਤੁਹਾਡਾ ਗਰਗ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ। ਗਰਗ ਸਾਹਿਬ, ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਆਉਂਦੀ ਹੈ, ਮੈਂ ਸ਼ੁਰੂਆਤ ਜੇ ਉਹਨਾਂ ਅੰਕੜਿਆਂ ਤੋਂ ਕਰ ਲਾਂ, ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੀ ਰਿਪੋਰਟ ਛਪੀ ਹੈ। ਤਕਰੀਬਨ 150 ਦਿਨਾਂ ਦੀ ਜਿਹੜੀ ਰਿਪੋਰਟ ਹੈ, ਉਹਦੇ ਵਿੱਚ 124 ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਜਾਂਦੇ ਨੇ। ਕੇਜਰੀਵਾਲ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਹੈ ਜੀ, ਜੋ ਕਹਿ ਰਹੇ ਨੇ ਕਿ ਜਿਸ ਦਿਨ ਸਾਡੀ ਸਰਕਾਰ ਬਣ ਗਈ, ਇੱਕ ਵੀ ਕਿਸਾਨ ਮਜ਼ਦੂਰ ਜਿਹੜਾ ਉਹ ਖੁਦਕੁਸ਼ੀ ਨਹੀਂ ਕਰੇਗਾ। ਸਰਕਾਰਾਂ ਦੇ ਹੁੰਦੇ ਨੇ, ਸਰਕਾਰ ਬਣਾਉਣ ਲਈ ਬਹੁਤ ਕੁਝ ਕਹਿਣਾ ਪੈਂਦਾ, ਪਰ ਜਿਨ੍ਹਾਂ ਲੋਕਾਂ ਦੀਆਂ ਆਸਾਂ ਵੱਜ ਜਾਂਦੀਆਂ ਨੇ ਉਹ ਬਹੁਤ ਪਰੇਸ਼ਾਨ ਹੁੰਦੇ ਨੇ। ਬਾਅਦ ਦੇ ਵਿੱਚ ਫਿਰ ਇਹੋ ਜਿਹੇ ਕਦਮ ਚੁੱਕਦੇ ਨੇ। ਇੱਕ ਹੋਰ ਜਿਹੜੀ ਰਿਪੋਰਟ ਹੈ ਉਹਦੇ ਉੱਤੇ ਵੀ ਆਪਾਂ ਉਹ ਦੂਜਾ ਸਵਾਲ ਹੋਏਗਾ ਕਿ ਨੈਸ਼ਨਲ ਜਿਹੜਾ ਕ੍ਰਾਈਮ ਕੰਟਰੋਲ ਬਿਊਰੋ ਵੀ ਆਪਣੀ ਰਿਪੋਰਟ ਦਿੱਤੀ ਹੈ, ਉਹਦੇ ਵਿੱਚ ਖੁਦਕੁਸ਼ੀਆਂ ਦਾ ਜ਼ਿਕਰ ਕੀਤਾ ਦੇਸ਼ ਪੱਧਰ ਦੇ ਉੱਤੇ, ਮੁਲਕ ਪੱਧਰ ਦੇ ਉੱਤੇ। ਸ਼ੁਰੂਆਤ ਆਪਾਂ ਪੰਜਾਬ ਤੋਂ ਕਰਦੇ ਹਾਂ। ਸੁਖਿੰਦਰ ਜੀ, ਖੁਦਕਸ਼ੀਆਂ ਇੱਕ ਬੜਾ ਮੰਦਭਾਗੀ ਗੱਲ ਹੈ ਬੇਸ਼ੱਕ, ਪਰ ਜਿਹੜਾ ਖੁਦਕਸ਼ੀਆਂ ਦੇ ਉੱਤੇ ਅਸੀਂ ਅੰਨੇ ਹੋ ਕੇ ਦੇਖਦੇ ਹਾਂ ਸਾਰਾ ਕੁਝ। ਅਸੀਂ ਬਿਲਕੁਲ ਇੱਕ ਗੱਲ ਨੂੰ ਵੱਡੀ ਕਰਕੇ ਜਾਂ ਛੋਟੀ ਕਰਕੇ ਦੇਖਣ ਦੀ ਆਦਤ ਪੈ ਗਈ ਸਾਡੀ। ਸਰਕਾਰਾਂ ਬਿਲਕੁਲ ਮੁਨਕਰ ਹੋਣ ਵਾਲੀਆਂ ਹੁੰਦੀਆਂ ਨੇ। ਜਿਹੜੀ ਮਰਜ਼ੀ ਸਰਕਾਰ ਆਵੇ ਉਹ ਮੁਨਕਰ ਹੁੰਦੀ ਆ ਵੀ ਨਹੀਂ ਕੁਛ ਨਹੀਂ ਹੋ ਰਿਹਾ। ਅਧਿਕਾਰੀ ਮੁਨਕਰ ਹੁੰਦੇ ਨੇ, ਅਤੇ ਜਿਹੜੇ ਲੋਕ ਨੇ ਜਾਂ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹ ਬਿਨਾਂ, ਜਾਂ ਜਿਹੜੇ ਵਿਦਵਾਨ ਵੀ ਨੇ, ਬਿਨਾਂ ਅੰਕੜਿਆਂ ਦੀ ਮਾੜੀ ਜਿਹੀ ਵੀ ਛਾਣਬੀਣ ਜਿਹੜੀ ਅੱਗੇ ਸਧਾਰਨ ਬੰਦਾ ਕਰ ਲੈਂਦਾ ਸੀ, ਅੱਜ ਯੂਨੀਵਰਸਿਟੀਆਂ ਦੇ ਵੱਡੇ ਵੱਡੇ ਪ੍ਰੋਫੈਸਰ ਨਹੀਂ ਕਰਦੇ, ਜਿਹੜੇ ਖੁਦ ਇਹਨਾਂ 'ਚ ਕੰਮ ਕਰਦੇ ਨੇ। ਇੱਕ ਐਸੇ ਅੱਜ ਦੀ ਰਿਪੋਰਟ ਜਿਹੜੀ ਤੁਸੀਂ ਕਹਿੰਦੇ ਹੋ, ਇਹ ਚਰਨਜੀਤ ਸਿੰਘ ਭੁੱਲਰ ਨੇ ਲਾਇਆ ਕਿ 124 ਬੰਦਿਆਂ ਨੇ ਖੁਦਕੁਸ਼ੀ ਕਰ ਲਈ 5 ਮਹੀਨਿਆਂ 'ਚ। ਹੁਣ ਜੇ ਇਸ ਹਿਸਾਬ ਨਾਲ ਲਾਈਏ ਤਾਂ ਸਾਰੀਆਂ ਹੀ ਇੱਕ ਸਾਲ ਦੇ ਵਿੱਚ ਜਿਹੜੀਆਂ ਖੁਦਕੁਸ਼ੀਆਂ ਬੰਦੀਆਂ 300 ਬੰਦੀਆਂ ਨੇ। ਠੀਕ ਹੋ ਗਿਆ। ਜੇ 300 ਖੁਦਕੁਸ਼ੀਆਂ ਇੱਕ ਸਾਲ 'ਚ ਬਣਦੀਆਂ ਨੇ, ਆਪਾਂ ਮੰਨ ਲਓ ਇਸ ਸਰਕਾਰ 'ਚ, ਤੇ 16,706, 606 ਲਿਖੀ ਜਾਂਦੇ ਨੇ। ਅੱਜ ਵੀ ਇੱਕ ਆਰਟੀਕਲ 'ਚ ਪਿਆ, ਉਹ 'ਚ ਵੀ 16,606 ਲਿਖਿਆ, ਪਰ ਮੈਂ ਉਹ ਤਿੰਨਾਂ ਯੂਨੀਵਰਸਿਟੀਆਂ ਦੀਆਂ, ਐਗਰੀਕਲਚਰ ਪੰਜਾਬ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹਨਾਂ ਤਿੰਨਾਂ ਦੇ ਉਹ ਜੋੜ ਕਰਕੇ ਦੇਖੋ 16,706 ਬਣਦਾ। ਪਹਿਲੀ ਗੱਲ ਤਾਂ ਸਾਡੇ ਸਾਰੇ ਲੋਕ ਵੀ ਯਾਰ ਜੋੜ ਹੀ ਗਲਤ ਹੈ, ਪਰ ਉਹਨੂੰ ਗਲਤ ਨਹੀਂ ਚੱਕੀ ਜਾਂਦੇ ਨੇ, ਕੋਈ ਨਹੀਂ ਦੇਖਣ ਦੀ ਕੋਸ਼ਿਸ਼ ਕਰਦਾ ਅੰਕੜੇ। ਹੁਣ ਜੇ ਉਹ ਕਹਿੰਦੇ 2000 ਤੋਂ ਲੈ ਕੇ 2015 ਤੱਕ 16,706 ਖੁਦਕੁਸ਼ੀਆਂ ਹੋ ਗਈਆਂ। ਇਹਦਾ ਮਤਲਬ 15 ਸਾਲਾਂ ਦੇ ਵਿੱਚ ਇੰਨੀਆਂ ਖੁਦਕੁਸ਼ੀਆਂ ਹੋਣ ਦਾ ਇਹ ਮਤਲਬ ਹੈ ਕਿ 1100 ਖੁਦਕੁਸ਼ੀ ਹਰ ਸਾਲ ਹੋਈ। 1100 ਦੇ ਵੀ 1100, ਜੇ ਮੈਂ ਐਗਜ਼ੈਕਟ 'ਚ ਜਾਵਾਂ 1100 ਤੇ 50। ਜੇ 1150 ਖੁਦਕੁਸ਼ੀਆਂ ਹਰ ਸਾਲ ਹੁੰਦੀਆਂ ਨੇ ਤੇ ਐਤਕੀ 5 ਮਹੀਨਿਆਂ 'ਚ 124 ਹੋਈਆਂ ਤੇ ਸਾਲ ਦੀਆਂ 300 ਬਣਦੀਆਂ ਨੇ, ਇਹ ਵੱਧ ਹੋਈਆਂ ਕਿ ਘੱਟ ਹੋਈਆਂ? ਉਹ ਵੀ ਅੰਕੜੇ ਉਹੀ ਅੱਜ ਅਖਬਾਰ 'ਚ ਆਰਟੀਕਲ ਹੈ, ਡਾਕਟਰ ਗਿਆਨ ਸਿੰਘ ਦਾ ਆਰਟੀਕਲ ਹੈ, ਉਹ 'ਚ 16,606 ਲਿਖਿਆ ਹੋਇਆ ਹੈ ਕਿ 2000 ਤੋਂ 2015 ਤੱਕ। ਔਰ ਇਹ ਯੂਨੀਵਰਸਿਟੀਆਂ ਦੀ ਰਿਪੋਰਟ ਹੈ, ਮੇਰੇ ਕੋਲ ਵੀ ਪਈ ਹੈ ਕਦੀ ਕਦੀ। ਉਹ ਵੈਸੇ ਬਣਦਾ 706 ਹੈ, ਤੁਹਾਨੂੰ ਮੈਂ ਦੱਸ ਹੀ ਦਿੱਤਾ। ਸੋ ਇਹ ਤੋਂ ਆਪਾਂ ਲਾ ਲਈਏ ਹਿਸਾਬ, ਪਰ ਅੱਜ ਆਪਾਂ ਹੈ 124 5 ਮਹੀਨਿਆਂ 'ਚ। ਪਹਿਲਾਂ ਤਾਂ ਇਹ ਗੱਲ ਦੇਖੀ। ਸੋ ਇਹ ਅੰਕੜਿਆਂ ਦਾ 300 ਸਾਲ ਦੀ, 1150 ਸਾਲ ਦੀ, ਦੋਹਾਂ 'ਚ ਕਿੱਡਾ ਫਰਕ ਹੈ। ਜੇ ਕੇਜਰੀਵਾਲ ਨੂੰ ਵੀ ਟੀਚਰ ਕਰਨੀ ਹੋਵੇ ਤਾਂ ਐਡੀ ਵੱਡੀ ਟੀਚਰ ਤਾਂ ਨਹੀਂ ਨਾ ਬਣਦੀ। ਉਹ ਤਾਂ ਬਲਕਿ ਉਹ ਕਲੇਮ ਕਰ ਸਕਦੇ ਨੇ, ਉਹ ਵੀ ਨਹੀਂ ਅੰਕੜੇ ਦੇਖਦੇ। ਆਪ ਵਾਲੇ ਕਿਹੜੇ ਦੇਖਦੇ ਨੇ? ਉਹ ਕਹਿੰਦੇ ਭਾਈ ਅਸੀਂ ਆਖਿਆ ਸੀ ਵੀ ਨਹੀਂ ਕਰਨਗੇ, ਆਹ ਦੇਖ ਲਓ, ਪਹਿਲਾਂ 1150 ਹੁੰਦੀ ਸੀ, ਹੁਣ ਇਸ ਹਿਸਾਬ ਨਾਲ 300 ਬਣ ਗਈ ਹੈ, ਚੌਥਾ ਹਿੱਸੇ ਰਹਿ ਗਈਆਂ। ਭਾਵੇਂ ਕਿ ਉਹਨਾਂ ਦੇ ਜੀ ਕੋਈ ਲੋੜ ਨਹੀਂ ਹੈ, ਕਿਉਂਕਿ ਅੰਕੜਿਆਂ ਦੀ ਹੇਰ ਫੇਰ ਹੈ ਸਾਰਾ। ਇਹਦਾ ਕੀ ਜਵਾਬ ਦੇਗਾ ਕੋਈ? ਇਹ ਵਿਦਵਾਨ ਜਵਾਬ ਦੇ ਦੇਣ, ਜਿਹੜੇ ਇਹ ਯੂਨੀਵਰਸਿਟੀਆਂ ਵਾਲੇ ਖੋਜ ਕਰਦੇ ਨੇ ਇਹ ਜਵਾਬ ਦੇ ਦੇਣ, ਕੋਈ ਤਾਂ ਜਵਾਬ ਦੇਵੇ ਨਾ। ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਹੋ ਤੁਸੀਂ, ਕਿਉਂਕਿ ਤੁਹਾਨੂੰ ਕੋਈ ਫੰਡ ਮਿਲ ਜਾਂਦਾ, ਤੁਸੀਂ ਆਪਣੀ ਮਰਜ਼ੀ ਦੀ ਜਿਹੀ ਜੀ ਤੁਹਾਨੂੰ ਚੰਗੀ ਲੱਗਦੀ ਰਿਪੋਰਟ ਛਾਪ ਦਿੰਦੇ ਹੋ। ਫਿਰ ਉਹ ਤੁਹਾਡੀ ਬੜੀ ਉਹ ਪਵਿੱਤਰ ਬਣ ਜਾਂਦੀ ਹੈ, ਕਿਉਂਕਿ ਤੁਹਾਡੇ ਮੂੰਹ 'ਚੋਂ ਤਾਂ ਨਿਕਲਿਆ ਹਰ ਵਾਕ ਪਵਿੱਤਰ ਹੈ। ਤੁਹਾਨੂੰ ਤਾਂ ਕੋਈ ਚੁਣੌਤੀ ਨਹੀਂ ਦੇ ਸਕਦਾ। ਤੁਸੀਂ ਮਹਾਂਪੰਡਿਤ ਹੋ, ਮਹਾਂਪੰਡਿਤ ਨੂੰ ਕੌਣ ਚੁਣੌਤੀ ਦੇ ਸਕਦਾ? ਸੋ ਇਸ ਕਰਕੇ ਇਹ ਇੱਕ ਵੱਡੀ ਗੱਲ ਹੈ, ਇਸ ਗੱਲ ਨੂੰ ਆਪਾਂ ਸਮਝੀਏ। ਇਹਦੇ ਉੱਤੇ ਇੱਕ ਢੁਕਦੀ ਹੈ ਗੱਲ, ਇਹ ਉਹ ਨੇ ਜਿਹੜੇ ਕਹਿੰਦੇ ਸਾਡੇ ਵਰਗਾ ਸਿਆਣਾ ਕੋਈ ਨਹੀਂ, ਆਓ ਸਾਡੇ ਨਾਲ ਕਰੋ ਬਹਿਸ। ਵੈਸੇ ਬਹਿਸ ਕਰਦੇ ਹੈ ਨਹੀਂ, ਕਹਿੰਦੀ ਨੇ। ਇਹ ਗੁਰੂ ਸਾਹਿਬ ਨੇ ਇਹੋ ਜਿਹੇ ਪੰਡਿਤ ਵਾਲੇ ਕਿਹਾ ਸੀ, ਉਹ ਵੀ ਪੰਡਿਤ ਗੁਰੂ ਸਾਹਿਬ ਨੂੰ ਕਹਿੰਦਾ ਸੀ ਵੀ ਮੇਰੇ ਨਾਲ ਬਹਿਸ ਕਰੋ,
ਆ ਦੇਖ ਲਓ ਮੈਂ ਸਭ ਨੂੰ ਹਰਾ ਕੇ ਆਪਦੇ ਗੱਡੇ ਭਰੇ ਹੋਏ ਨੇ, ਇਹ ਵੀ ਆਪਦੇ ਗੱਡੇ ਭਰ ਲੈਂਦੇ ਨੇ ਕਿਤਾਬਾਂ ਦੇ ਵੀ ਮੈਂ ਫਲਾਣੇ ਥਾਂ ਭਾਸ਼ਣ ਦਿੱਤਾ ਜੀ, ਮੈਂ ਫਲਾਣੇ ਥਾਂ ਦਿੱਤਾ ਜੀ। ਤੇ ਉਹ ਪੜ੍ਹ ਗੱਡੀ ਲੱਦੀਏ, ਪੜ੍ਹ ਪਈਏ ਸਾਥ, ਪੜ੍ਹ ਬੇੜੀ ਪਾਈ ਹੈ, ਪੜ੍ਹ ਗੱਡੀਏ ਖਾਤ, ਆ ਭਰ ਦਿੰਦੇ ਨੇ, ਪਰ ਹੈ ਕੁਛ ਨਹੀਂ। ਇੱਕ ਗੱਲ, ਜੇ ਉਹ ਸੱਚ ਹੈ ਤਾਂ ਫਿਰ ਸੱਚੀ ਮੁੱਚੀ ਆਪ ਸਰਕਾਰ ਨੇ ਚੌਥਾ ਹਿੱਸਾ ਕਰਤੀਆਂ ਖੁਦਕੁਸ਼ੀਆਂ। ਮੈਂ ਕਹਿੰਦਾ ਵੀ ਕੁਛ ਨਹੀਂ ਕਰਿਆ ਇਹਨਾਂ ਨੇ, ਉਹਨਾਂ ਦੇ ਹਿਸਾਬ ਨਾਲ ਚੌਥਾ ਹਿੱਸਾ ਕਰਤੀਆਂ। ਜਿਹੜੇ ਇਹਨਾਂ ਦੇ ਆਲੋਚਨਾ ਕਰਨ ਵਾਲੇ ਨੇ ਉਹਨਾਂ ਨੂੰ ਤਾਂ ਸਿੱਧਾ ਹੀ ਕਰ ਸਕਦੇ ਵੀ ਆ ਜਾਓ ਭਾਈ ਗਿਣ ਲਓ, ਤੁਸੀਂ ਆਪ ਹੀ ਕਹਿੰਦੇ ਤੁਹਾਡੀਆਂ ਸਰਕਾਰਾਂ ਵੇਲੇ ਹੋਈ ਹੈ ਖੋਜ ਤਾਂ। ਇਹ ਅਕਾਲੀ ਕਾਂਗਰਸੀ ਤੇ ਬੀਜੇਪੀ ਸਰਕਾਰੀ ਸੀ ਨਾ, ਅਕਾਲੀ ਬੀਜੇਪੀ ਐਂਡ ਕਾਂਗਰਸੀ, ਉਹਨਾਂ ਦੀਆਂ ਸਰਕਾਰਾਂ ਸੀਗੀਆਂ 2000 ਤੋਂ ਲੈ ਕੇ 2015 ਤੱਕ। ਤੇ ਜਿਹੜੀ ਖੋਜ ਹੋ ਕੇ ਛਪੀ ਰਿਪੋਰਟ ਉਹ ਵੀ ਉਹਨਾਂ ਦੀ ਸਰਕਾਰਾਂ ਨੇ ਕਰਵਾਈ ਹੈ। ਇਸ ਕਰਕੇ ਉਹ ਤਾਂ ਕਿਸੇ ਦਾ, ਇਹ ਇੰਡੀਪੈਂਡੈਂਟ ਹੈ, ਇਹ ਇੰਡੀਪੈਂਡੈਂਟ ਹੈ, ਪੱਤਰਕਾਰ ਦੀ ਰਿਪੋਰਟ ਹੈ, ਠੀਕ ਹੋ ਗਿਆ ਨਾ। ਸੋ ਆਪ ਸਰਕਾਰ ਤਾਂ ਸਿੱਧੇ ਇਹਦੇ ਚ ਕਹਿ ਸਕਦੇ, ਪਰ ਇਹਨਾਂ ਨੂੰ ਆਪ ਵਾਲਿਆਂ ਨੂੰ ਕਿਹੜਾ ਪਤਾ ਵੀ ਕੀ ਹੈ ਕੀ ਨਹੀਂ, ਇਹ ਵੀ ਰਿਟੋਰਕ ਚ ਹੀ ਚੱਲਦੇ ਨੇ। ਸੋ ਇਸ ਕਰਕੇ ਪਹਿਲੀ ਗੱਲ ਇਹ ਹੈ, ਖੁਦਕੁਸ਼ੀਆਂ ਭਾਵੇਂ ਮਾੜੀ। ਹੁਣ ਦੂਜਾ ਪਾਸਾ, ਸਾਰੇ ਇੰਨੀਆਂ ਹੋ ਗਈਆਂ, ਇੰਨੀਆਂ ਹੋ ਗਈਆਂ, ਇੰਨੀਆਂ ਹੋ ਗਈਆਂ, ਇੰਨੀਆਂ ਨਹੀਂ ਹੋਣੀਆਂ ਚਾਹੀਦੀਆਂ। ਅੱਜ ਤੱਕ ਮੈਨੂੰ ਬਹੁਤ ਘੱਟ ਬੰਦੇ ਲੱਭੇ ਨੇ ਜਿਨ੍ਹਾਂ ਨੇ ਇਹ ਦੇਖਿਆ ਹੋਵੇ ਵੀ ਜਿਹੜੇ ਖੁਦਕੁਸ਼ੀ ਪੀੜਤ ਪਰਿਵਾਰ ਨੇ ਉਹਨਾਂ ਦੇ ਮੁੜ ਵਸੇਵੇ ਵਾਸਤੇ ਕੀ ਕਰਨਾ। ਅੱਜ ਦੀ ਖਬਰ 'ਚ ਵੀ ਕਿਤੇ ਨਹੀਂ। ਮੁੜ ਵਸੇਬੇ ਦਾ ਜਿਹੜਾ ਕਾਨੂੰਨ ਬਣਿਆ ਉਹ ਲਾਗੂ ਕਿਉਂ ਨਹੀਂ ਹੁੰਦਾ, ਉਹਦੇ 'ਚ ਟੀਚਰਾਂ ਕਿਉਂ ਕਰਿਆ, ਅੜਚਨਾ ਕਿਉਂ ਪਾਈਆਂ ਜਾਂਦੀਆਂ ਨੇ। ਅਸੀਂ ਮਾਨਸਾ 'ਚ, ਮੋਗੇ 'ਚ, ਬਠਿੰਡੇ 'ਚ, ਬਰਨਾਲੇ 'ਚ, ਸੰਗਰੂਰ 'ਚ, ਪਟਿਆਲੇ 'ਚ ਕਾਨਫਰੰਸਾਂ ਕਰੀਆਂ ਨੇ ਸੁਈਸਾਈਡ ਵਿਕਟਮ ਪਰਿਵਾਰਾਂ ਦੀਆਂ। ਅਰੇ ਇਹੋ ਜਿਹਾ ਹਾਲ ਦੇਖਿਆ ਹੈ ਵੀ ਮਤਲਬ ਰੋਣਾ ਆਉਂਦਾ। ਇਹ ਕਹਿੰਦੇ ਅਸੀਂ ਦਿੰਦੇ ਹਾਂ, ਇਹਨਾਂ ਨੇ ਕਿੱਥੇ ਦਿੱਤਾ। ਡੀਸੀ ਗੱਲ ਨੂੰ ਸੁਣਨ ਨੂੰ ਤਿਆਰ ਬਣਾਤਾ। ਤੁਸੀਂ ਉਹੇ ਜਿਹਾ ਕਹਿੰਦੇ ਪੱਠ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਉਹੋ ਜਿਹੇ ਕਾਨੂੰਨ ਤੋਂ ਮੈਂ ਕੀ ਲੈਣਾ ਜਿਹੜੇ ਕਾਨੂੰਨ ਨੇ ਮੈਨੂੰ ਬੈਨੀਫਿਟ ਹੀ ਨਹੀਂ ਦੇਣਾ, ਮੈਨੂੰ ਲਾਭ ਹੀ ਨਹੀਂ ਦੇਣਾ, ਮੈਨੂੰ ਚੱਕਰ 'ਚ ਹੀ ਪਾਈ ਰੱਖਣਾ, ਮੇਰੇ ਗੇੜੇ ਹੀ ਲਵਾਈ ਜਾਣੇ ਨੇ। ਹਾਲਾਂਕਿ ਉਸ ਕਾਨੂੰਨ ਦੇ ਤਹਿਤ ਇੱਕ ਡੀਸੀ ਆ ਜਾਏ ਚੰਗਾ, ਇੱਕ ਡੀਸੀ ਸਿਰਫ ਇੱਕ ਜ਼ਿਲ੍ਹੇ ਦਾ, ਉਹ ਕਹਿ ਸਕਦਾ ਵੀ ਦਾ ਮੈਂ ਆ ਕਰਤੇ ਜੀ। ਕਿਵੇਂ? ਉਹਦੀ ਗੱਲ ਨਹੀਂ ਕੋਈ ਕਿਸੇ ਨੇ ਕਰੀ, ਅੱਜ ਵੀ ਨਹੀਂ ਕਰੀ। ਆਰਟੀਕਲ ਲਿਖੇ ਹੋਏ ਨੇ 2-3, ਉਹਨਾਂ 'ਚ ਵੀ ਨਹੀਂ ਕਰੀ। ਸਾਡੇ ਕੋਲੇ ਖੁਦਕੁਸ਼ੀਆਂ ਬਾਰੇ 3 ਮੁੱਦੇ ਨੇ ਵੱਡੇ, ਜਿਨ੍ਹਾਂ ਨੂੰ ਦੇਖਣ ਦੀ ਲੋੜ ਹੈ। ਜਿੰਨੇ ਵਿਦਵਾਨ ਨੇ, ਜਿੰਨੇ ਪ੍ਰਸ਼ਾਸਨਿਕ ਅਧਿਕਾਰੀ ਨੇ, ਜਿੰਨੇ ਮੀਡੀਆ ਔਰ ਜਿੰਨੇ ਸਿਆਸਤਦਾਨ ਨੇ, ਉਹ 3 ਮੁੱਦੇ ਕੀ ਨੇ? ਖੁਦਕੁਸ਼ੀਆਂ ਨਾ ਹੋਣ, ਕਦੇ ਫਾਰਮ ਸੈਕਟਰ 'ਚ ਹੀ ਨਹੀਂ, ਨੌਜਵਾਨਾਂ ਦੀਆਂ ਨਾ ਹੋਣ, ਆਮ ਬੰਦਾ ਵੀ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਨਾ ਹੋਵੇ। ਕਿਉਂ? ਕਿਉਂਕਿ ਜੀਵਨ ਬਾਰੇ ਕਿਹਾ ਕਬੀਰ ਸਾਹਿਬ ਨੇ, ਕਬੀਰਾ ਮਾਨਸ ਜਨਮ ਦੁਲੰਭ ਹੈ, ਹੋਏ ਨ ਬਾਰੰਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰੇ, ਬਹੁੜ ਨਾ ਲਾਗੇ ਡਾਲ। ਖੁਦਕੁਸ਼ੀ ਨੂੰ ਬਹੁਤ ਕਾਇਰਾਨਾ ਸਮਝਿਆ ਜਾਂਦਾ ਸੀ, ਅੱਜ ਖੁਦਕੁਸ਼ੀ ਇੱਕ ਮਜਬੂਰੀ ਬਣ ਗਈ। ਅੱਜ ਕਾਇਰਾਨਾ ਨਹੀਂ ਹੈ ਕਦਮ ਇਹ, ਅੱਜ ਇਹ ਮਜਬੂਰੀ ਹੈ। ਕਾਇਰਾਨਾ ਤੋਂ ਮਜਬੂਰੀ ਕਿਵੇਂ ਬਣੀ ਇਹ ਕੋਈ ਨਹੀਂ ਦੇਖਦਾ, ਨਾ ਕੋਈ ਸੋਸ਼ੋਲੋਜਿਸਟ ਦੇਖ ਰਿਹਾ, ਸਮਾਜ ਸ਼ਾਸਤਰੀ, ਨਾ ਕੋਈ ਮਾਨਸਿਕ ਜਿਹੜਾ ਮਨ ਦਾ ਸ਼ਾਸਤਰੀ ਆ ਉਹ ਦੇਖ ਰਿਹਾ, ਨਾ ਕੋਈ ਅਰਥ ਸ਼ਾਸਤਰੀ ਦੇਖ ਰਿਹਾ ਉਹਨੂੰ, ਨਾ ਕੋਈ ਰਾਜਨੀਤਿਕ ਸ਼ਾਸਤਰ, ਰਾਜਨੀਤੀ ਦਾ ਸ਼ਾਸਤਰੀ ਦੇਖ ਰਿਹਾ। ਉਹਨੂੰ ਕੌਣ ਦੇਖੂਗਾ ਫਿਰ? ਇੱਕ, ਖੁਦਕੁਸ਼ੀਆਂ ਕਿਉਂ ਹੁੰਦੀਆਂ ਨੇ? ਖੁਦਕੁਸ਼ੀ ਕਰਨਾ ਮਾੜਾ ਹੈ, ਸਾਡਾ ਸਾਰਾ ਧਰਮ ਕਹਿੰਦਾ ਖੁਦਕੁਸ਼ੀ ਮਾੜਾ ਹੈ, ਫਿਰ ਵੀ ਜੇ ਕਰੀ ਜਾ ਰਹੀ ਹੈ ਤੇ ਸਾਨੂੰ ਲੱਭਣਾ ਪਊ ਕਾਰਨ। ਦੂਜਾ ਕੀ ਹੈ? ਦੂਜਾ ਇਹ ਹੈ ਕਿ ਜਿਹਦੀ ਖੁਦਕੁਸ਼ੀ ਹੋ ਗਈ ਉਸ ਪੀੜਤ ਪਰਿਵਾਰ ਦਾ ਮੁੜ ਵਸੇਬਾ ਕਿਵੇਂ ਕਰਿਆ ਜਾਵੇ। ਪਾਕਿਸਤਾਨ ਬਣਿਆ, ਹਿੰਦੁਸਤਾਨ ਪਾਕਿਸਤਾਨ 'ਚ ਇੰਨੇ ਬੰਦੇ ਮਾਰਤੇ, ਇੰਨੇ ਘਰ ਉੱਜੜ ਕੇ ਜਦੋਂ ਉਰੇ ਆਏ, 10 ਸਾਲ ਲਗਾਤਾਰ ਮੁੜ ਵਸੇਬੇ ਦੇ ਉੱਤੇ ਚੱਲਦਾ ਰਿਹਾ। ਉਦੋਂ ਲੋਕ ਸਿਆਣੇ ਸੀ, 10ਵੀਂ ਦੇ ਵਿੱਚ ਦੇਖ ਆਉਂਦਾ ਸੀ ਵੀ ਮੁੜ ਵਸੇਬੇ ਵਾਸਤੇ ਪੰਜਾਬੀ 'ਚ, ਵੀ ਮੁੜ ਵਸੇਬੇ ਵਾਸਤੇ ਕੀ ਕੀ ਯਤਨ ਕਰ ਰਹੀਆਂ ਨੇ ਸੂਬਾ ਸਰਕਾਰਾਂ ਜਾਂ ਕੇਂਦਰ ਸਰਕਾਰ। ਅੱਜ ਕੋਈ ਲੇਖ ਆਇਆ ਕਦੇ ਬੱਚਿਆਂ ਨੂੰ 11ਵੀਂ 12ਵੀਂ ਤੱਕ ਵੀ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੇ ਜਿਹੜੇ ਖੁਦਕੁਸ਼ੀਆਂ ਨੇ, ਇਹਦੇ ਮੁੜ ਵਸੇਬੇ ਵਾਸਤੇ ਸਰਕਾਰਾਂ ਕੀ ਕਰ ਰਹੀਆਂ ਨੇ? ਅੱਜ ਤਾਂ ਯੂਨੀਵਰਸਿਟੀਆਂ ਨੂੰ ਨਹੀਂ ਪਤਾ, ਯੂਨੀਵਰਸਿਟੀ ਨੂੰ ਇਹ ਨਹੀਂ ਪਤਾ ਵੀ ਇਹਦਾ ਐਕਟ ਵੀ ਬਣਿਆ ਹੋਇਆ ਕੋਈ। ਇੱਕ ਨੇ ਲਿਖਤਾ ਵੀ ਇਹ ਐਕਟ ਹੀ ਅੰਗਰੇਜ਼ੀ 'ਚ ਹੈ, ਕਿਸੇ ਨੂੰ ਕੀ ਆਉਣਾ, ਉਹ ਪੰਜਾਬੀ 'ਚ ਵੀ ਹੈ। ਦੇਖੇ ਨਹੀਂ, ਕਿਉਂਕਿ ਗਾਲ ਹੀ ਕੱਢਣੀ ਹੈ, ਪੁੱਠਾ ਹੀ ਬੋਲਣਾ ਵੀ ਇਹ ਤਾਂ ਕਰਦੀ ਕੁਛ ਨਹੀਂ ਜੀ। ਹਾਲਾਂਕਿ ਉਹ ਐਸ ਸਰਕਾਰ ਨੇ ਨਹੀਂ ਕਰੀ ਹੋਈ ਪੰਜਾਬੀ ਉਹ ਪਹਿਲੀ ਸਰਕਾਰ ਨਹੀਂ ਕਰੀ ਹੋਈ ਸੀ, ਪਰ ਕਿਉਂਕਿ ਅਸੀਂ ਤਾਂ ਬਿਨਾਂ ਦੇਖੇ ਕਹਿ ਦੇਣਾ, ਸਾਨੂੰ ਕਿਸੇ ਨੇ ਪੁੱਛਣਾ ਨਹੀਂ, ਕਿਉਂਕਿ ਅਸੀਂ ਮਹਾਂਪੰਡਿਤ ਹਾਂ,
ਕੋਈ ਪੁੱਛੇ ਭਾਈ ਤੂੰ ਇੰਨਾ ਪੜ੍ਹਿਆ ਲਿਖਿਆ ਹੈ, ਤੂੰ ਆ ਗੱਪ ਕਿਵੇਂ ਮਾਰਤਾ? ਜੇ ਉਹ ਕਹਿੰਦੀ ਮੈਨੂੰ ਪਤਾ ਨਹੀਂ ਸੀ, ਫਿਰ ਤੂੰ ਬੋਲਦਾ ਕਿਉਂ ਹੈ? ਪੜ੍ਹਿਆ ਕਰ, ਪਹਿਲਾਂ ਦੇਖਿਆ ਕਰ। ਸੋ ਅਸੀਂ ਕਦੇ ਬਿਨਾਂ ਦੇਖੇ, ਨਾ ਅਸੀਂ ਕਾਨੂੰਨ ਦੇਖਦੇ ਹਾਂ, ਨਾ ਅਸੀਂ ਤੱਥ ਦੇਖਦੇ ਹਾਂ, ਨਾ ਅਸੀਂ ਉਹਦਾ ਹੱਲ ਦੱਸਦੇ ਹਾਂ। ਅਸੀਂ ਇੱਕ ਹੱਲ ਲੱਭਿਆ, ਸੁਣ ਲਓ ਵੀ, ਮੈਂ ਉਹਦੇ ਬਾਅਦ ਚ ਆਉਣਾ। ਚਲੋ, ਦੂਜਾ ਇਹ ਹੈ ਕਿ ਜਿਹਨੇ ਦੀ ਖੁਦਕੁਸ਼ੀ ਹੋ ਗਈ ਉਹਨਾਂ ਦਾ ਮੁੜ ਵਸੇਵਾ। ਤੀਜੀ ਗੱਲ ਇਹ ਹੈ ਵੀ ਉਹਨਾਂ ਪਰਿਵਾਰਾਂ 'ਚ ਮੁੜ ਕੇ ਖੁਦਕੁਸ਼ੀ ਨਾ ਹੋਵੇ ਘੱਟੋ ਘੱਟ। ਇੱਕ ਤਾਂ ਹੈਗਾ ਨਾ ਓਵਰਆਲ ਖੁਦਕੁਸ਼ੀਆਂ ਘਟਾਉਣੀਆਂ, ਵੀ ਉਹਨਾਂ 'ਚ ਨਾ ਹੋਵੇ, ਉਹਦਾ ਵੀ ਕੋਈ ਹੱਲ ਨਹੀਂ ਕਰ ਰਿਹਾ। ਇੱਕ ਪਰਿਵਾਰ 3 ਖੁਦਕੁਸ਼ੀਆਂ ਦੇਖੀਆਂ ਨੇ ਅਸੀਂ, ਇੱਕੋ ਪੀੜ੍ਹੀ ਦੀਆਂ ਵੀ 3 ਦੇਖੀਆਂ ਨੇ, 3 ਪੀੜ੍ਹੀਆਂ ਦਾ ਵੀ 3 ਦੇਖੀਆਂ ਨੇ, ਵੀ ਦਾਦਾ ਵੀ ਕਰ ਗਿਆ, ਬਾਪ ਵੀ ਕਰ ਗਿਆ, ਮੁੰਡਾ ਵੀ ਕਰ ਗਿਆ। ਹੁਣ ਤਾਂ ਬੀਬੀਆਂ ਵੀ ਕਰਨ ਲੱਗ ਗਈਆਂ, ਅੱਜ ਦੀ ਰਿਪੋਰਟ 'ਚ ਵੀ ਲਿਖਿਆ ਹੋਇਆ। ਬੀਬੀਆਂ ਬੜੀਆਂ ਸਖਤ ਸੀਗੀਆਂ, ਬੀਬੀਆਂ ਨਹੀਂ ਕਰਦੀਆਂ ਸੀ, ਪਰ ਸਾਨੂੰ ਉਦੋਂ ਇੰਡੀਕੇਸ਼ਨ ਮਿਲ ਗਈ ਸੀ 2 ਸਾਲ 3 ਸਾਲ ਪਹਿਲਾਂ, ਕਿਉਂਕਿ ਕਈ ਬੀਬੀਆਂ ਨੇ ਕਿਹਾ ਵੀ ਹੁਣ ਤਾਂ ਮੇਰਾ ਵੀ ਜੀਅ ਨਹੀਂ ਕਰਦਾ, ਬਸ ਰਹਿਣ ਨੂੰ। ਉਦੋਂ ਇੰਡੀਕੇਸ਼ਨ ਮਿਲ ਗਈ ਸੀ ਵੀ ਹੁਣ ਔਰਤ ਵੀ ਟੁੱਟ ਚੁੱਕੀ ਹੈ। ਔਰਤ ਬਹੁਤ ਸਖਤ ਜਾਨ ਹੁੰਦੀ ਹੈ, ਔਰਤ ਛੇਤੀ ਨਹੀਂ ਟੁੱਟਦੀ। ਜਦ ਮਾਂ ਟੁੱਟਣ ਲੱਗ ਜੇ, ਮਾਂ ਜਿਹਦੀ ਮਰਦੀ ਹੈ, ਉਹ ਤਾਂ ਫਿਰ ਗਿਆ, ਮਾਂ ਟੁੱਟ ਰਹੀ ਹੈ, ਔਰਤ ਟੁੱਟ ਰਹੀ ਹੈ। ਕਿਸੇ ਨੇ ਨਹੀਂ, ਇੱਕ ਨੇ ਨਹੀਂ ਇਹ ਗੱਲ ਲੱਭੀ ਵੀ ਮਾਂ ਵੀ ਕਿਉਂ ਟੁੱਟ ਰਹੀ ਹੈ। ਇਹਦਾ ਬਹੁਤ ਵੱਡਾ ਸੰਕਟ ਹੈ, ਇਹ ਲਿਖਿਆ ਹੀ ਨਹੀਂ। ਕਿਉਂ? ਕਿਉਂਕਿ ਕਿਤੋਂ ਪੈਸਾ ਮਿਲਣਾ ਹੈ, ਆਪਾਂ ਇੱਕ ਰਿਪੋਰਟ ਬਣਾਉਣੀ ਹੈ, ਆਪਾਂ ਆਪਣਾ ਉਹਦੇ ਤੇ ਪੇਪਰ ਬਣਾ ਲੈਣਾ ਹੈ, ਆਪਾਂ PhD ਲੈ ਲੈਣੀ ਹੈ, ਆਪਾਂ ਕਹਿ ਦੇਣਾ। ਆਪਾਂ ਨੂੰ ਕਿਹੜਾ ਕਿਸੇ ਨੇ ਪੁੱਛਣਾ ਵੀ ਭਾਈ ਇਹ ਕਿਹਾ ਕਿਵੇਂ ਹੈ? ਇਹ ਤਾਂ ਗੱਲ ਹੀ ਠੀਕ ਨਹੀਂ ਤੇਰੀ। ਜਿਨ੍ਹਾਂ ਨੂੰ ਦੂਜਿਆਂ ਨੇ ਬੋਲਣਾ ਉਹਨਾਂ ਨੂੰ ਹੋਰ ਕੋਈ ਅੰਕੜਾ ਮਿਲਦਾ ਨਹੀਂ, ਉਹ ਕਹਿੰਦੇ ਚੱਲ ਇਸੇ ਨੂੰ ਕੋਟ ਕਰੀ ਜਾਓ, ਇਸੇ ਦੇ ਹਵਾਲੇ ਦੇਈ ਜਾਓ। ਸੋ ਇਸ ਕਰਕੇ ਇਸ ਤੋਂ ਅੱਗੇ ਕੀ ਹੈ? ਇਸ ਤੋਂ ਅੱਗੇ ਸਾਡੀ ਲੋੜ ਇਹ ਸੀ ਕਿ ਜਿਹੜੇ ਖੁਦਕੁਸ਼ੀ ਕਰਦੇ ਨੇ, ਜਿਵੇਂ ਲੱਗਿਆ ਵੀ ਸਲਫਾਸ ਪੀ ਕੇ ਕਰ ਲੈਂਦੇ ਨੇ ਫਲਾਣਾ, ਇਹ ਤਾਂ ਤੌਰ ਤਰੀਕੇ ਨਾਲ। ਮੇਰੇ ਕੋਲ ਕਿਤਾਬ ਪਈ ਹੈ, ਹੁਣੀ ਮੈਂ ਤੁਹਾਨੂੰ ਦਿਖਾ ਦਿੰਦਾ। ਆਹ ਕਿਤਾਬ, ਇਹ ਤਾਂ ਯੂਨੀਵਰਸਿਟੀਆਂ ਤਾਂ ਪੜ੍ਹਦੇ ਨਹੀਂ ਕਿਤਾਬਾਂ। ਇਹ 2500 ਰੁਪਏ ਦੀ ਹੈ, ਇਹ ਮੈਂ ਕੱਲ੍ਹ ਹੀ ਮੰਗਾਈ ਹੈ। ਇਹ ਜਸਟਿਸ ਕਾਨਨ, ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸੀਗੇ, ਉਹਨਾਂ ਨੇ ਐਡਿਟ ਕਰੀ ਆ। ਵੈਸੇ ਇੱਕ ਡਾਕਟਰ ਜੀ, ਮੋਦੀ ਡਾਕਟਰ ਸੀ, ਉਹਦੀ ਲਿਖੀ ਹੋਈ ਆ। ਇਹਦੇ 'ਚ ਖੁਦਕੁਸ਼ੀਆਂ ਬਾਰੇ, ਖੁਦਕੁਸ਼ੀ, ਮੌਤ, ਅਚਾਨਕ ਮੌਤ, ਇਹਦੇ ਬਾਰੇ ਡਿਟੇਲ ਹੈ, ਕਿਵੇਂ ਹੁੰਦੀ ਆ, ਕਿਵੇਂ ਕਰਦੇ ਨੇ। ਇਹ ਤਾਂ ਵਿਚਾਰੇ ਦੇਖਦੇ ਨਹੀਂ, ਕਿਉਂਕਿ ਇਹਨਾਂ ਨੇ ਐਡੀ ਵੱਡੀ ਕਿਤਾਬ, ਨਾ ਤਾਂ ਇੰਨੇ ਪੇਜਾਂ ਦੀ ਕਿਤਾਬ ਕਦੇ ਪੜ੍ਹਨੀ ਹੈ, ਨਾ ਕਦੇ ਇੰਨੀ ਮੁੱਢ ਲੈਣੀ ਹੈ। ਸੋ ਇਹਨਾਂ ਨੇ ਤਾਂ ਗੱਪ ਇੱਧਰ ਉੱਧਰ ਦੀ ਗੱਲ ਕਰਦੇ ਨੇ। ਦੱਸ ਦੇਣ, ਮੈਂ ਤੁਹਾਨੂੰ ਕਿਤਾਬ ਦਿਖਾਈਏ, ਸਾਹਮਣੇ ਪੜ੍ਹ ਲੈਣ, ਇਹ ਦੱਸਦੇ ਨੇ ਇਹਨਾਂ ਨੇ ਕਦੇ ਇਹਦਾ ਨਾਮ ਵੀ ਦੇਖਿਆ ਹੋਵੇ। ਖੁਦਕੁਸ਼ੀਆਂ ਤੇ ਇਹ ਉਹ ਐਕਚੁਅਲੀ ਕਾਰਨ ਜਿਹੜੇ ਕਾਰਨ ਡਾਕੂਮੈਂਟ ਹੋਏ ਨੇ ਕਿ ਖੁਦਕੁਸ਼ੀ ਕਰ ਲਈ, ਅਦਾਲਤ 'ਚ ਕੇਸ ਚੱਲ ਰਹੇ ਨੇ, ਕਿਵੇਂ ਹੈ ਉੱਥੇ, ਕਿਵੇਂ ਫਾਹਾ ਲਿਆ, ਖੂਹ ਛਾਲ ਮਾਰੀ ਹੈ, ਨਹਿਰ 'ਚ ਛਾਲ ਮਾਰੀ ਹੈ, ਕਿਸੇ ਨੇ ਮਾਰ ਕੇ ਉਹਨੂੰ ਖੁਦਕੁਸ਼ੀ ਬਣਾਤਾ, ਜ਼ਹਿਰ ਪੀ ਕੇ ਕਰੀ ਹੈ, ਫਾਹਾ ਕਿਵੇਂ ਲਿਆ, ਬੈਲਟ ਨਾਲ ਲਿਆ, ਚੁੰਨੀ ਨਾਲ ਲਿਆ, ਪੱਗ ਨਾਲ ਲਿਆ, ਪਰਨੇ ਨਾਲ ਲਿਆ, ਆਪਣੇ ਆਪ ਨੂੰ ਟੰਗਿਆ ਕਿੱਥੇ, ਪੱਖੇ ਨਾਲ ਟੰਗਿਆ, ਕਿਸੇ ਬੰਨੀ ਨਾਲ ਟੰਗਿਆ, ਕਿਸੇ ਪੇੜ ਨਾਲ ਟੰਗਿਆ। ਮਤਲਬ ਹਰ ਗੱਲ ਇਹਦੇ ਵਿੱਚ ਫੋਟੋਆਂ ਦਿੱਤੀਆਂ ਹੋਈਆਂ ਨੇ ਬਾਕਾਇਦਾ। ਠੀਕ ਹੋ ਗਿਆ? ਪਰ ਕਿਉਂਕਿ ਅਸੀਂ ਸਟੱਡੀ ਨਹੀਂ ਕਰਦੇ, ਅਸੀਂ ਵਿਦਵਾਨ ਹਾਂ, ਅਸੀਂ ਪੜ੍ਹਦੇ ਨਹੀਂ। ਇਸ ਕਰਕੇ ਤਾਂ ਹੀ ਬਾਬੇ ਨੇ ਕਿਹਾ ਜਗ ਗਿਆਨੀ ਬਿਰਲਾ ਚਾਰੀ, ਆਚਾਰ ਨਹੀਂ ਹੈ ਸਾਡਾ। ਸੋ ਇਹ 3 ਚੀਜ਼ਾਂ ਖੁਦਕੁਸ਼ੀਆਂ ਤੇ। ਮੈਂ ਸੁਣਦਾ ਤੁਹਾਡਾ ਸਵਾਲ। ਖੁਦਕੁਸ਼ੀਆਂ ਨਾ ਹੋਣ, ਇੱਕ, ਜਿਹੜੀਆਂ ਹੋ ਗਈਆਂ ਉਸ ਪਰਿਵਾਰ 'ਚ ਹੋਰ ਨਾ ਹੋਣ, 2, ਤੇ ਜਿਹੜੇ ਪਰਿਵਾਰ ਦੀ ਖੁਦਕੁਸ਼ੀ ਹੋ ਗਈ ਉਹਦਾ ਮੁੜ ਵਸੇਵਾ। ਇਹ 3 ਚੀਜ਼ਾਂ ਪਹਿਲਾਂ ਦੇਖਣੀਆਂ ਜ਼ਰੂਰੀ ਨੇ। ਇਹਨਾਂ 3 ਤੇ ਧਿਆਨ ਦੇਣ ਦੀ ਵਜ੍ਹਾ ਅਸੀਂ ਦੇਖ ਰਹੇ ਹਾਂ ਕਿੰਨੀਆਂ ਹੋ ਗਈਆਂ, ਮੈਂ ਆਹ ਕਰਤਾ ਸੀ, ਤੇ PhDਆਂ ਕਰ ਰਿਹਾ। ਸੋ ਅਸੀਂ ਲੋਕਾਂ ਦੇ ਦੁੱਖ ਦੇ ਉੱਤੇ ਆਪਣੀ ਡਿਗਰੀ ਵਧਾ ਰਹੇ ਹਾਂ। ਅੱਜ ਹੀ ਮੈਂ ਕਿਤੇ ਪੜ੍ਹ ਰਿਹਾ ਸੀ, ਇੱਕ ਹੈਡਮਾਸਟਰ ਨੇ ਪਾਇਆ, ਮੈਨੂੰ ਕਮਾਲ ਮੰਨ ਗਿਆ ਮੈਂ ਉਸ ਦੀ ਗੱਲ। ਉਹ ਕਹਿੰਦਾ ਇੱਕ ਸੜਕ, ਇੱਕ ਅਧਿਆਪਕ, ਉਹ ਉੱਥੇ ਹੀ ਖੜੇ ਰਹਿੰਦੇ ਨੇ, ਪਰ ਉਹਨਾਂ ਤੇ ਚੱਲਣ ਵਾਲੇ ਬੜੀਆਂ ਮੰਜ਼ਿਲਾਂ ਮਾਰ ਜਾਂਦੇ ਨੇ। ਪਰ ਅੱਜ ਦੁਖਾਂਤ ਇਹ ਹੈ ਕਿ ਅੱਜ ਅਧਿਆਪਕ ਮੰਜ਼ਿਲਾਂ ਮਾਰ ਰਿਹਾ ਹੈ ਤੇ ਚੱਲਣ ਵਾਲਾ ਥੱਲੇ ਹੈ, ਉਹ ਮੰਜ਼ਿਲ ਹੀ ਨਹੀਂ ਮਾਰ ਰਿਹਾ ਸਟੂਡੈਂਟ ਉਹਨਾਂ ਦਾ। ਇਹ ਸਾਡੇ ਹਾਲ ਹੋ ਗਿਆ, ਉਸ 'ਚ ਸਾਰਾ ਕੁਝ ਹੀ ਕਵਰ ਹੋ ਜਾਂਦਾ ਹੈ। ਸੋ ਇਹ ਖੁਦਕੁਸ਼ੀਆਂ ਦੇ ਬਾਰੇ ਅੰਕੜੇ ਵੀ ਗਲਤ ਨੇ। ਕਿਸੇ ਨੇ ਇਹ ਸੋਚਿਆ ਨਹੀਂ, ਇੱਕ ਲਾਈਨ ਕਹਿ ਕੇ ਫਿਰ ਤੁਹਾਡੀ ਗੱਲ ਸੁਣਨਾ। 2000 ਤੋਂ ਲੈ ਕੇ
2015 तक पंजाब एग्रीकल्चर यूनिवर्सिटी लुधियाना कहती है कि असी 5 ਜ਼ਿਲ੍ਹਿਆਂ ਦਾ 6 ਜ਼ਿਲ੍ਹਿਆਂ ਦਾ ਅਸੀਂ ਸਰਵੇਖਣ ਕਰਿਆ ਹੈ। ਉਹਦੇ ਵਿੱਚ ਤਕਰੀਬਨ ਪੌਣੇ 15,000 14,700 ਕੁਛ 59 ਕੇ ਕਿੰਨੀਆਂ ਖੁਦਕਸ਼ੀਆਂ ਹੋਈਆਂ ਇੰਨੇ ਸਮੇਂ 'ਚ। ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਕਹਿੰਦੀ ਅਸੀਂ ਵੀ ਅਧਿਐਨ ਕਰਿਆ ਹੈ, ਉਹ ਕੁਛ 1600 ਕਿ ਕਿੰਨੀ ਕੁਛ ਇਸ ਤਰ੍ਹਾਂ ਦਾ ਦੱਸਦੀ 1400 1500। ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹ ਪੰਜਾਬੀ ਯੂਨੀਵਰਸਿਟੀ ਕਹਿੰਦੀ ਅਸੀਂ 7 ਜ਼ਿਲ੍ਹਿਆਂ ਦਾ ਕਰਿਆ, ਜਿਹ 'ਚ ਉਹ 6 ਜ਼ਿਲ੍ਹਿਆਂ ਦੇ ਏਰੀਏ ਦੇ ਫਰੀਦਕੋਟ ਤੇ ਮੁਕਤਸਰ ਇਹ ਪੰਜਾਬੀਆਂ ਦੇ ਸ਼ਾਮਲ ਨੇ, ਬਾਕੀ ਮੋਗਾ ਲੁਧਿਆਣਾ ਫਾਜ਼ਿਲਕਾ ਫਿਰੋਜ਼ਪੁਰ ਵਗੈਰਾ ਜਿਹੜੇ ਨੇ ਉਹ ਇਸ 'ਚ PAU 'ਚ ਸ਼ਾਮਲ ਨੇ। ਇੱਥੋਂ ਤੁਸੀਂ ਆਪੇ ਹਿਸਾਬ ਲਾ ਸਕਦੇ ਬਠਿੰਡਾ ਮਾਨਸਾ ਇਹ ਜਿਹੜੇ ਨੇ, ਪਰ ਉੱਦਾਂ ਦੇ ਫਰੀਦਕੋਟ ਤੇ ਮੁਕਤਸਰ ਇੱਧਰਲੇ ਪੰਜਾਬੀ ਯੂਨੀਵਰਸਿਟੀ ਨਾਲ ਸ਼ਾਮਲ ਨੇ। ਇਹ 7 ਜ਼ਿਲ੍ਹਿਆਂ 'ਚ 1400-1500 ਦਿਖਾ ਰਹੇ ਨੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਕਹਿੰਦੀ ਹੈ ਕਿ ਅਸੀਂ ਵੀ ਕਰੀ ਹੈ ਖੋਜ, ਕਿਉਂਕਿ ਸਰਕਾਰ ਨੇ ਤਿੰਨਾਂ ਨੂੰ ਪ੍ਰੋਜੈਕਟ ਦਿੱਤੇ ਸੀ, ਉਸੇ ਸਰਕਾਰ ਨੇ ਦਿੱਤੇ ਸੀ ਤਿੰਨਾਂ ਨੂੰ। ਉਹ ਕਹਿੰਦੇ ਅਸੀਂ ਕਰੀਆਂ ਨੇ 9 ਜ਼ਿਲ੍ਹਿਆਂ ਦੀਆਂ, ਸੋ 6 7 13 ਤੇ 9 22 ਠੀਕ ਹੋ ਗਿਆ। 9 ਜ਼ਿਲ੍ਹਿਆਂ 'ਚ ਕਹਿੰਦੇ ਪਰ ਅਸੀਂ 2015 ਤੱਕ ਨਹੀਂ ਕਰੀਆਂ, ਆਪਦੀ ਮਰਜ਼ੀ ਨਾਲ ਹੀ ਕਰਨੀਆਂ ਵੀ ਅਸੀਂ ਤਾਂ 2010 ਤੱਕ ਕਰਾਂਗੇ। ਪਹਿਲਾਂ ਜੇ ਤੁਹਾਨੂੰ 2015 ਤੱਕ ਕਿਹਾ ਸੀ 2010 ਤੱਕ ਕਿਉਂ ਕਰੀਆਂ ਵੀ ਕਿਸੇ ਨੇ ਪੁੱਛਿਆ? ਪਰ ਕਹਿੰਦੇ ਸਾਰੀਆਂ 459 ਹੋਈਆਂ ਨੇ। ਹੁਣ ਇੱਕ ਪਾਸੇ 9 ਜ਼ਿਲ੍ਹਿਆਂ 459, ਇੱਕ ਪਾਸੇ 6 ਜ਼ਿਲ੍ਹਿਆਂ 'ਚ ਪੌਣੇ 15,000। ਇਹ ਲੱਗੂਗਾ ਨਹੀਂ ਵੀ ਯਾਰ ਕਿਤੇ ਇਹ ਤਾਂ ਇਹੋ ਜਿਹਾ ਤਾਂ ਕੋਈ ਫਰਕ ਹੈ ਨਹੀਂ ਪੰਜਾਬ 'ਚ ਵੀ ਐਡਾ ਵੱਡਾ ਫਰਕ ਹੋਵੇ। ਪਰ ਕਿਉਂ? ਕਿਉਂਕਿ ਆਪਾਂ ਤਾਂ ਅੰਕੜਾ ਦੇਤਾ, ਆਪਾਂ ਨੇ ਕੀ ਲੈਣਾ, ਆਪਾਂ ਦੇਖਣੇ ਨਹੀਂ ਵੀ ਅੰਕੜਾ ਇਹਦੇ ਨਾਲ ਮਿਲਦਾ ਕਿਉਂ ਨਹੀਂ। ਇਹ ਮੈਂ ਕਿਉਂ ਕਹਿਣਾ, ਮੈਂ ਕੋਈ ਇਹਨਾਂ ਤੇ ਮੈਂ ਜ਼ਿੰਮੇਵਾਰੀ ਨਾ ਕਹਿਣਾ। ਜਿੱਦੇ ਸਰਕਾਰ ਨੇ ਫੰਡ ਲੈਣੇ ਹੁੰਦੇ ਨੇ ਉਦੋਂ ਕਹਿੰਦੇ ਸਾਡੇ ਕੋਲ ਇੰਨੇ ਬੱਚੇ ਨੇ ਪੜ੍ਹਨ ਵਾਲੇ, ਬੱਚੇ ਤਾਂ ਦਾਖਲ ਨਹੀਂ ਕਰਦੇ ਇਹ, ਪਿੱਛੋਂ ਫਿਰ ਕਹਿੰਦੇ ਬੱਚੇ ਇੰਨੇ ਹੈ ਹੀ ਨਹੀਂ ਸੀਗੇ ਤਾਂ ਨਹੀਂ ਦਾਖਲ ਹੋਏ। ਇਹੀ ਕੁਛ ਹੈਲਥ 'ਚ ਹੋ ਰਿਹਾ, ਇਹੀ ਸਿੱਖਿਆ 'ਚ ਹੋ ਰਿਹਾ, ਇਹੀ ਯੂਨੀਵਰਸਿਟੀਆਂ 'ਚ ਹੋ ਰਿਹਾ, ਇਹੀ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ। ਅੱਜ ਹੀ ਜਾ ਕੇ ਯੂਨੀਵਰਸਿਟੀ ਜਲੂਸ ਕੱਢ ਰਹੇ ਸੀ ਬੱਚੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਵੀ ਇਹੀ ਹੋ ਰਿਹਾ। ਪਹਿਲਾਂ ਕਹਿੰਦੇ ਸ਼ੁਰੂ ਕਲਾਸ ਬੱਚੇ ਇੰਨੇ ਨੇ, ਇੰਨੇ ਪੈਸੇ ਦੇ ਦਿਓ, ਮੁੜ ਕੇ ਜਦੋਂ ਉਹਨੂੰ ਪੁੱਛਿਆ ਵੀ ਡਿਗਰੀਆਂ ਕਿੱਥੇ ਨੇ, ਕਹਿੰਦੇ ਉਹ ਤਾਂ ਛੱਡ ਕੇ ਚਲੇ ਗਏ। ਸਭ 2 ਨੰਬਰ ਦਾ ਕੰਮ ਹੈ। ਜਦ ਖੋਜੀ 2 ਨੰਬਰ ਦਾ ਕੰਮ ਕਰਨ ਲੱਗ ਗਿਆ, ਵਿਦਵਾਨ 2 ਨੰਬਰ ਦਾ ਕੰਮ ਕਰਨ ਲੱਗ ਗਿਆ, ਫਿਰ ਕਿਹਦੀ ਮਾਂ ਨੂੰ ਮਾਸੀ ਕਹੋਗੇ? ਹੁਣ ਸਵਾਲ ਕਰੋ। ਸਵਾਲ ਮੈਂ ਕਰਨਾ ਸੀ ਕਿ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਮੁੜ ਵਸੇਬਾ ਐਕਟ, ਥੋੜਾ ਜਿਹਾ ਉਹਨੂੰ ਖੋਲ ਕੇ ਦੱਸਿਓ ਕੀ ਹੈ, ਤੇ ਜੇ ਸਰਕਾਰਾਂ ਉਹਨੂੰ ਲਾਗੂ ਨਹੀਂ ਕਰਦੀਆਂ ਤਾਂ ਜਿਹੜੇ ਵਿਚਾਰੇ ਖੁਦਕੁਸ਼ੀ ਪੀੜਤ ਪਰਿਵਾਰ ਨੇ ਉਹ ਕਿਸ ਤਰ੍ਹਾਂ ਇਹਨੂੰ ਲਾਗੂ ਕਰਵਾਉਣ ਲਈ ਕੋਈ ਕਾਨੂੰਨੀ ਚਾਰਾਜੋਈ ਕਰ ਸਕਦੇ ਨੇ? ਕਾਨੂੰਨੀ ਛੱਡੋ, ਬੜੀਆਂ ਐਜੀਟੇਸ਼ਨਾਂ ਵੀ ਕਰੀਆਂ ਨੇ ਅਸੀਂ, ਉਹਨਾਂ ਪਰਿਵਾਰਾਂ ਨੂੰ ਇਕੱਠੇ ਕਰਿਆ ਤੇ ਉਹ DC ਮਾਨਸਾ ਨੂੰ ਵੀ ਮਿਲੇ, DCਆਂ ਨੂੰ ਮਿਲੇ, ਇੰਨੀਆਂ ਕਾਨਫਰੰਸਾਂ ਕਰੀਆਂ। ਉਹ ਸਰਕਾਰ ਨੇ ਐਕਟ ਬਣਾਇਆ ਹੋਇਆ, ਅਕਾਲੀ ਸਰਕਾਰ ਨੇ ਬਣਾਇਆ ਸੀ, ਅਕਾਲੀ BJP ਨੇ, ਵੀ ਜਿਹੜਾ ਖੁਦਕਸ਼ੀ ਪੀੜਤ ਪਰਿਵਾਰ ਹੈ, ਇੱਕ ਤਾਂ ਉਹਦਾ ਕਰਜ਼ਾ ਮਾਫ਼ ਕਰਨਾ ਇੱਕ ਹੱਦ ਤੱਕ, ਦੂਜੇ ਉਹਨੂੰ 3 ਲੱਖ ਦੀ ਰਾਹਤ ਦੇਣੀ, ਤੀਜੇ ਉਹਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰਨਾ, ਚੌਥੇ ਉਹਨਾਂ ਦੀ ਖੇਤੀ ਵਾਸਤੇ ਖੇਤੀ ਮਹਿਕਮਾ ਜਾ ਕੇ ਉਹਨਾਂ ਨੂੰ ਰਾਏ ਦੇਵੇਗਾ ਵੀ ਕਿਵੇਂ ਕਰਨੀ ਆ। ਆਪ ਉਹਨਾਂ ਨੇ ਨਹੀਂ ਜਾਣਾ ਉਹਦੇ ਕੋਲੇ, ਇਹ ਕੋਈ ਕੁਛ ਵੀ ਨਹੀਂ ਕਰ ਰਿਹਾ। ਪੰਚਾਇਤ ਮਹਿਕਮਾ ਜਾ ਕੇ ਦੱਸੇਗਾ ਵੀ ਤੁਸੀਂ ਕੀ ਤੁਹਾਨੂੰ ਅਸੀਂ ਇੱਥੇ ਰਾਹਤਾਂ ਦੇ ਸਕਦੇ ਹਾਂ, ਉਹ ਜਾਂਦੇ ਹੀ ਨਹੀਂ। ਹੁਣ ਜਿਹੜਾ 3 ਲੱਖ ਉਹਨਾਂ ਨੂੰ ਮਿਲਣਾ ਸੀ ਜਾਂ ਉਹਦਾ ਜਿਹੜਾ ਸੀ ਕਰਜ਼ਾ ਮਾਫ਼ ਹੋਣਾ ਸੀ, ਉਹਦੇ ਵਿੱਚ ਆਪ ਹੀ ਬਣਾ ਲਿਆ ਕਿ ਜੀ FIR ਦਰਜ ਹੋਣੀ ਚਾਹੀਦੀ ਹੈ, ਪੋਸਟਮਾਰਟਮ ਹੋਇਆ ਹੋਣਾ ਚਾਹੀਦਾ। ਕਿੰਨੀ ਖੁਦਕੁਸ਼ੀਆਂ ਨੇ ਜਿਹੜੀਆਂ ਦੇ ਨਾ FIR ਦਰਜ ਹੁੰਦੀਆਂ ਨਾ ਪੋਸਟਮਾਰਟਮ ਹੁੰਦਾ। ਲੋਕ ਤਾਂ ਡਰਦੇ ਨੇ ਨਾ ਥਾਣੇ ਵਾਲੇ ਕਰਨ, ਨਾਲੇ ਪਹਿਲਾਂ ਤਾਂ ਐਕਟ ਹੀ ਨਹੀਂ ਸੀ, ਅਗਲੇ ਉੱਦਾਂ ਹੀ ਵੀ ਚੱਲ ਸਾੜ ਦੋ, ਹੁਣ ਹੋ ਗਿਆ ਸੋ ਹੋ ਗਿਆ। ਆਪਾਂ ਨੂੰ, ਮੈਂ ਬੀਇੰਗ ਡਾਕਟਰ ਮੈਨੂੰ ਪਤਾ ਹੈ ਮੇਰੇ ਕੋਲ ਆਉਂਦੇ ਨੇ, ਕਿਉਂ ਮੈਂ ਦੱਸਦਾ, ਇਹਨਾਂ ਤੱਕ ਦੇ ਦੇਖੇ ਨਹੀਂ, ਇਹ ਤਾਂ ਕਾਗਜ਼ੀ ਕਾਰਵਾਈ ਕਰਦੇ ਨੇ, ਇੱਕ SDM ਕੋਲੇ ਇੱਕ ਡਾਕਟਰ ਕੋਲੇ, ਇਹ ਰੋਜ਼ ਹੀ ਆਉਂਦੇ ਨੇ ਇਹ ਜਿਹੇ ਕੇਸ। ਕਿਉਂਕਿ SDM ਕੋਲੇ ਪਾਵਰ ਹੈ ਇਹ ਕਹਿ ਦੇਣਾ ਕਿ ਠੀਕ ਹੈ ਇਹ ਬੋਡੀ ਤੁਸੀਂ ਸਾੜ ਦਿਓ, ਕਿਉਂਕਿ ਇਹ ਖੁਦਕਸ਼ੀ ਜਿਹੜੀ ਕਰੀ ਹੈ ਇਹ 'ਚ ਕਿਸੇ ਦਾ ਕਸੂਰ ਨਹੀਂ ਹੈ। ਬੜੀ ਵੱਡੀ ਪਾਵਰ ਹੈ। ਇੱਕ ਦਿਨ ਮੇਰੇ ਕੋਲ ਆਏ ਬੰਦੇ ਇਕੱਠੇ ਹੋ ਕੇ, ਕਹਿੰਦੇ ਜੀ ਉਹ ਮੈਡੀਕਲ ਅਫਸਰ ਸਾਨੂੰ ਬੋਡੀ ਨਹੀਂ ਛੱਡ ਰਿਹਾ, ਖੁਦਕਸ਼ੀ ਕਰ ਲਈ ਬੰਦੇ ਨੇ, ਹੁਣ ਕੀ ਕਰੀਏ? ਸਾਰੇ ਅਸੀਂ ਇਕੱਠੇ ਹਾਂ,
मैं किहा तुसीं ਇੰਨੇ ਬੰਦੇ ਇਕੱਠੇ ਹੋ, ਤੁਹਾਨੂੰ ਲੱਗਦਾ ਵੀ ਕਿਸੇ ਦਾ ਕੋਈ ਕਸੂਰ ਨਹੀਂ, ਤੇ ਤੁਸੀਂ ਮੈਡੀਕਲ ਅਫਸਰ 'ਤੇ ਦਬਾਅ ਨਾ ਪਾਓ, ਉਹ ਨਹੀਂ ਬੋਡੀ ਇਸ ਨੂੰ ਦੇ ਸਕਦਾ ਤੁਹਾਨੂੰ। ਇਹ ਤੁਹਾਡੇ ਜ਼ਿਲ੍ਹੇ ਦੀ ਗੱਲ ਹੈ, ਤੁਹਾਡੇ ਸ਼ਹਿਰ ਦੀ, ਪਟਿਆਲੇ ਦੀ, ਰਜਿੰਦਰਾ ਹਸਪਤਾਲ ਦੀ। ਤੇ ਤੁਸੀਂ ਜਾਓ SDM ਕੋਲੇ, ਉਦੋਂ ਬਾਰਾਂਦਰੀ 'ਚ ਰਹਿੰਦਾ ਸੀ SDM। SDM ਤੁਹਾਨੂੰ ਇਹ ਬੋਡੀ ਰਿਲੀਜ਼ ਦਾ ਆਰਡਰ ਦੇ ਸਕਦਾ। ਕਹਿੰਦੇ ਜੀ ਰਾਤ ਨੂੰ ਵੀ? ਮੈਂ ਕਿਹਾ ਰਾਤ ਨੂੰ ਵੀ ਜਾਏਗਾ, ਜਾਓ ਤਾਂ ਅਸੀਂ ਇਕੱਠੇ ਹੋ ਕੇ। ਉਹ ਗਏ, ਉਹਨਾਂ ਨੇ ਰਿਸ਼ਤਾ ਨਾਲ ਦੀ ਨਾਲ ਹੀ, ਕਿਉਂਕਿ ਜਦ 200 ਬੰਦਾ ਇਕੱਠਾ ਹੋ ਕੇ ਰਿਹਾ ਜੀ ਕਿਸੇ ਦਾ ਕੋਈ ਕਸੂਰ ਨਹੀਂ, ਉਹ ਮੰਨ ਲੈਂਦੇ ਨਹੀਂ, ਕਿਉਂਕਿ ਉਦੋਂ ਮੁੜ ਕੇ ਫਿਰ ਉਹ ਨਹੀਂ ਹੁੰਦਾ ਬਹੁਤਾ, ਪਬਲਿਕ ਐਵੇਂ ਨਹੀਂ ਇਕੱਠੀ ਹੋ ਕੇ ਕਹਿ ਦਿੰਦੀ ਹੁੰਦੀ। ਤੇ ਉਹ ਨਾਲ ਦੀ ਨਾਲ ਉਹਨਾਂ ਨੇ ਰਿਲੀਜ਼ ਦਾ ਆਰਡਰ ਕਰਤਾ ਰਾਤ ਨੂੰ 11 ਵਜੇ, ਤੇ ਉਹਨਾਂ ਨੇ ਆ ਕੇ ਬੋਡੀ ਰਿਲੀਜ਼ ਕਰਾ ਲਈ। ਹਾਂ, ਉਹ ਬੋਡੀ ਰਿਲੀਜ਼ ਕਰਾਉਣ ਵੇਲੇ ਫਿਰ ਜਿਹੜਾ ਐਮਰਜੈਂਸੀ ਮੈਡੀਕਲ ਅਫਸਰ ਸੀ, ਉਹ ਸਾਡਾ ਮਿੱਤਰ ਵੀ ਸੀ, ਮੈਂ ਉਹਨੂੰ ਕਿਹਾ ਨਾ, ਉਹਨੇ ਫਿਰ ਉਹਨਾਂ ਨੂੰ ਨਾ ਕਰਤੀ। ਥੋੜ੍ਹੀ ਜਿਹੀ ਕਹਾਣੀ ਤਾਂ ਸੁਣਾ ਰਿਹਾ ਵੀ ਲੋਕਾਂ ਨੂੰ ਪਤਾ ਲੱਗ ਜਾਏ ਦੁਖੀ ਕਿਵੇਂ ਹੁੰਦੇ ਨੇ ਬੰਦੇ। ਕਹਿੰਦਾ ਨਾ, ਮੈਂ ਨਹੀਂ ਰਿਲੀਜ਼ ਕਰਨੀ, SDM ਦੇ ਲਿਖੇ ਦੇ ਬਾਵਜੂਦ ਉਹਦੇ ਕੋਲ ਕੋਈ ਪਾਵਰ ਨਹੀਂ ਸੀ ਨਾ ਕਰਨ ਦੀ। ਉਹ ਫਿਰ ਮੇਰੇ ਕੋਲ ਆ ਗਏ, ਮੈਂ ਚਲਾ ਗਿਆ ਉਹਦੇ ਨਾਲ ਉੱਠ ਕੇ। ਮੈਂ ਉੱਥੇ ਹੀ ਰਹਿੰਦਾ ਸੀ, ਹਸਪਤਾਲ ਦੇ ਵਿੱਚ ਹੀ ਸੀ। ਮੈਂ ਗਿਆ, ਮੈਂ ਉਹਨੇ ਜਾ ਕੇ ਆਖਿਆ, ਮੈਂ ਯਾਰ ਇਹ ਕਰਦੇ ਹੁਣ ਤਾਂ ਇਹ SDM ਤੋਂ ਦਿਖਾ ਵੀ ਲਿਆ। ਮੈਨੂੰ ਕਹਿੰਦਾ SDM ਤੋਂ ਲਿਖਾ ਲਿਆ, ਮੋਹਰ ਤਾਂ ਲੱਗੀ ਨਹੀਂ ਹੋਈ। ਮੈਂ ਸਮਝ ਗਿਆ ਵੀ ਬੰਦਾ ਟੇਢਾ ਕਵਰਨ ਕਰਦਾ ਹੈ। ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਯਾਰ ਇਹ ਚੰਗੀ ਤਰ੍ਹਾਂ ਮੋਹਰ ਲਾ ਦਿਓ। ਮਤਲਬ ਸਮਝ ਗਏ ਮੇਰਾ ਮਤਲਬ ਕੀ ਸੀ? ਹੁਣ ਐਜੀਟੇਟ ਕਰੋ ਵੀ ਤੂੰ ਪੈਸੇ ਮੰਗਦਾ। ਮੈਂ ਚੰਗੀ ਤਰ੍ਹਾਂ ਮੋਹਰ ਲਾ ਦਿਓ, ਹੁਣ ਬਿਨਾਂ ਮੋਹਰ ਦੇ ਨਹੀਂ ਮਿਲਣੀ ਇਹ। ਫਿਰ ਨਹੀਂ ਮੈਂ ਕਿਹਾ ਮੇਰੇ ਕਰਕੇ ਨਾ ਛੱਡੀ, ਹੁਣ ਬਿਲਕੁਲ ਨਾ ਛੱਡੀ, ਹੁਣ ਮੋਹਰ ਲੱਗੂਗੀ ਤਾਂ ਹੀ ਛੱਡੀ। ਮੈਂ ਆਪਦੇ ਕਲਾਸ ਫੈਲੋ ਔਰ ਮੇਰਾ ਦੋਸਤ ਵੀ ਉਹ। ਤੇਰੀ ਹਿੰਮਤ ਕਿਵੇਂ ਪੈ ਜੇ, ਅਗਲੇ ਉੱਥੋਂ ਲਿਖਾ ਲਿਆਏ, ਤੂੰ ਰਾਤ ਨੂੰ ਹਰਾਸ ਕਰੀ ਜਾਂਦਾ। ਪਰ ਕੋਈ ਕਰਕੇ ਨਹੀਂ ਰਾਜੀ। ਮੈਂ ਤਾਂ ਇਹ ਸੁਣਾਈ ਆ ਗੱਲ ਵੀ ਖੁਦਕੁਸ਼ੀ ਦੇ ਉੱਤੇ ਕਿਵੇਂ ਲੋਕਾਂ ਨੂੰ ਤੰਗ ਕਰਦਾ ਸਾਰਾ ਮਹਿਕਮੇ। ਇਹ ਜਿਹੜੇ ਸੀ, ਇਹਨਾਂ ਨੂੰ ਰਾਹਤ ਮਿਲਣ ਵਾਸਤੇ DCਆਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ। ਉਹਦੇ 'ਚ ਸਿਵਲ ਸਰਜਨ, ADC, ਸੰਬੰਧਿਤ ਪਿੰਡ ਦਾ ਸਰਪੰਚ ਤੇ DDPO, ਵੈਲਫੇਅਰ ਅਫਸਰ ਉਹ 'ਚ ਸ਼ਾਮਲ ਨੇ। ਉਹਨਾਂ ਕੋਲ ਪਾਵਰ ਹੈ, ਉਹ ਕਿਉਂ ਨਾ ਕਰਨ ਪਿੰਡ ਦਾ ਗ੍ਰਾਮ ਸਭਾ ਬੁਲਾ ਲੈਣ, ਇਕੱਠ ਕਰ ਲੈਣ। ਕਹਿੰਦਾ ਭਾਈ ਦੱਸੋ ਤੁਹਾਡੇ ਕਿਹੜੀਆਂ ਕਿਹੜੀਆਂ ਖੁਦਕੁਸ਼ੀਆਂ ਹੋਈਆਂ ਨੇ। ਉੱਥੇ ਸਭ ਨੂੰ ਪੁੱਛ ਲੈਣ ਵੀ ਸੱਚੀ ਮੁੱਚੀ ਖੁਦਕੁਸ਼ੀ ਹੋਈ ਹੈ ਜਾਂ ਊਂ ਮਰ ਗਿਆ ਸੀ ਤੇ ਇਹਨਾਂ ਨੇ ਕਹਿਤਾ ਫਾਰਮ ਸੁਸਾਈਡ ਹੈ। ਐਂ ਵੀ ਹੁੰਦਾ ਹੈ ਵੀ ਬੰਦਾ ਮਰ ਗਿਆ ਬਿਮਾਰ ਹੋ ਕੇ, ਕਹਿੰਦਾ ਜੀ ਤਾਂ ਖੁਦਕੁਸ਼ੀ ਕਰ ਗਿਆ, ਪੈਸੇ ਮਿਲਣੇ ਨੇ। ਇਹ ਭੁਲੇਖਾ ਨਾ ਸਮਝੋ ਵੀ ਲੋਕ ਇੰਨੀ ਭਲੇ ਮਾਨਸ ਨੇ, ਔਰ ਹੈਗੇ ਨੇ ਕੇਸ ਇਹੋ ਜਿਹੇ। ਔਰ ਯੂਨੀਅਨਾਂ ਕਹਿੰਦੀਆਂ ਨੇ ਵੀ ਕੋਈ ਨਹੀਂ ਜੀ ਪਾ ਦਿਓ, ਗਰੀਬ ਨੇ, ਇਹਨਾਂ ਨੂੰ ਪੈਸੇ ਮਿਲ ਜਾਣਗੇ। ਤੇ ਕਾਨੂੰਨ ਤਾਂ ਕੋਈ ਨਾ ਰਿਹਾ। ਔਰ ਕਈ ਵਿਦਵਾਨ ਸਟੱਡੀ ਕਰਨ ਵਾਲੇ ਵੀ ਉਹਨਾਂ ਦਾ ਮੰਨ ਕੇ ਪਾ ਦਿੰਦੇ ਵੀ ਹਾਂ ਇਹ ਖੁਦਕੁਸ਼ੀ ਹੈ। ਆਹ ਨੰਬਰ ਜਿਹੜਾ ਇੰਨਾ ਵੇਰੀ ਕਰਦਾ ਨਾ, ਇਸੇ ਕਰਕੇ ਹੈ। ਸੋ ਇਸ ਕਰਕੇ ਉਹਨਾਂ ਨੂੰ ਦੱਸੋ ਕੀ ਔਖਾ ਵੀ ਇਕੱਠ ਕਰਕੇ ਤੁਸੀਂ ਫੈਸਲੇ ਕਰ ਦਿਓ। ਕਿੱਥੇ ਤੁਸੀਂ ਤਾਂ ਪੋਸਟਮਾਰਟਮ ਦੀ ਜਿਹੜੀ ਬਹਾਨਾ ਲਾਇਆ ਹੈ, ਜਿਹੜਾ ਤੁਸੀਂ FIR ਦਾ ਬਹਾਨਾ ਲਾਉਣੇ, ਇਸ ਕਰਕੇ ਲਾਉਣੇ ਵੀ ਕੋਈ ਗਲਤੀ ਨਾ ਹੋ ਜਾਏ, ਕੋਈ ਨਜਾਇਜ਼ ਬੈਨੀਫਿਟ ਨਾ ਲੈ ਜੇ। ਪਰ ਇਹ ਬਹਾਨੇ ਨਾਲ ਤੁਸੀਂ ਜਾਇਜ਼ ਦਾ ਵੀ ਰੋਕੀ ਜਾਓ, ਫਿਰ ਤਾਂ ਉੱਥੇ ਰੇਕਾ ਕਰਤਾ। ਸਾਡੇ ਅਸੀਂ ਪਿੰਡਾਂ 'ਚ ਕਹਿੰਦੇ ਹੁੰਦੇ ਵੀ ਅਰਲਾ ਕੋਟ ਕੱਢ ਦਿੱਤਾ ਤਾਂ ਕਿ ਲੰਘ ਨਾ ਸਕੇ, ਉੱਤੋਂ ਦੀ ਟੱਪਣਾ ਹੀ ਪਵੇ। ਇਹ ਅਰਲਾ ਕੋਟ ਕੱਢਦੇ ਨੇ ਵਿਚਾਰੇ। ਸਰਕਾਰ ਨੇ ਤਾਂ ਰਸਤਾ ਬਣਾ ਕੇ ਦਿੱਤਾ, ਸਿਆਸਤ ਨੇ ਤਾਂ, ਸਿਆਸਤਦਾਨਾਂ ਨੂੰ ਤਾਂ ਗਾਲਾਂ ਕੱਢਦੇ ਅਸੀਂ ਰੋਜ਼। ਸਿਆਸਤਦਾਨ ਨੇ ਤਾਂ ਕਾਨੂੰਨ ਬਣਾਤਾ, ਰਸਤਾ ਬਣਾਤਾ, ਇਹਨਾਂ ਨੇ ਵਿਚਾਰੇ ਅਰਲਾ ਕੋਟ ਕਰਤਾ, ਔਰ ਉਹ ਵੀ ਇੰਨਾ ਉੱਚਾ ਕਰਤਾ ਕਿ ਬੰਦਾ ਟੱਪ ਹੀ ਨਹੀਂ ਸਕਦਾ। ਹਾਂ, ਨੋਟ ਹੋਣ ਫਿਰ ਟੱਪ ਜੂ। ਸੋ ਇਸ ਕਰਕੇ ਆਪਾਂ ਇਸ ਗੱਲ ਨੂੰ ਸਮਝੀਏ। ਆਮ ਤੌਰ ਤੇ ਦਫ਼ਤਰਾਂ ਚੱਲਦਾ ਹੈ, ਇੱਥੇ ਵੀ ਇਹੀ ਹੈ ਵੀ ਪਹੀਏ ਲਾਏ ਨੇ। ਕਹਿੰਦੇ ਕਿਹੜੇ ਪਹੀਏ? ਕਹਿੰਦਾ ਬਾਬਾ ਗਾਂਧੀ ਦੇ ਨੋਟ ਵਾਲੇ। ਫਾਈਲ ਨੂੰ ਪਹੀਏ ਲੱਗਦੇ ਨੇ ਤਾਂ ਤੁਰਦੀ ਹੈ। ਇਹ ਭਗਵੰਤ ਮਾਨ ਦੇਖ ਲੈ, ਇਹ ਕੈਪਟਨ ਅਮਰਿੰਦਰ ਸਿੰਘ ਦੇਖ ਲੈ, ਭਾਵੇਂ BJP ਚੱਲ ਰਿਹਾ ਹੁਣ, ਇਹ ਚੰਨੀ ਸਾਹਿਬ ਦੇਖ ਲੈਣ, ਇਹ ਬਾਦਲ ਸਾਹਿਬ ਦੇਖ ਲੈਣ, ਸਭ ਪਹੀਏ ਨਾਲ ਚੱਲਦੀ ਆ ਫਾਈਲ, ਐਂ ਨਹੀਂ ਚੱਲਦੀ ਕਾਮਨ ਮੈਨ ਦੀ। ਸੋ ਇਸ ਕਰਕੇ ਇਹ ਜਿਹੜਾ ਪਾਰਟ ਹੈ ਖੁਦਕੁਸ਼ੀਆਂ ਦਾ, ਜਿਹਦੇ ਵਿੱਚ ਉਹਨਾਂ ਦੇ ਬੱਚਿਆਂ ਦੀ, ਜਾ ਕੇ ਦੇਖ ਲਓ ਬੱਚਿਆਂ ਦਾ ਹਾਲ ਕੀ ਹੈ। ਸਕੂਲ ਵਾਲੇ ਉਹਨੂੰ ਕੀ ਕਰਦੇ ਨੇ, ਸਿੱਧੇ ਮੂੰਹ ਗੱਲ ਕਰਦੇ ਨੇ, ਉਹਨਾਂ ਦਾ ਸਰਟੀਫਿਕੇਟ ਨਹੀਂ ਦਿੰਦੇ, ਉਹਨਾਂ ਦਾ ਬੁਰਾ ਹਾਲ ਕਰਦੇ ਨੇ। ਹਸਪਤਾਲ 'ਚ ਜਾ ਰਹੋ, ਉਹਨਾਂ ਨੂੰ ਜਿਹੜਾ ਬੈਨੀਫਿਟ ਮਿਲਦਾ ਮੁਫਤ ਇਲਾਜ ਦਾ, ਉਹ ਮਿਲੇ ਕਦੇ? ਪੁੱਛ ਲਓ। ਸੋ ਮੇਰਾ ਕਹਿਣ ਦਾ ਮਤਲਬ ਹੈ, ਜਿਹੜਾ ਉਹ ਐਕਟ ਬਣਿਆ ਹੋਇਆ, ਉਹ ਅੰਗਰੇਜ਼ੀ 'ਚ ਵੀ ਹੈ, ਪੰਜਾਬੀ 'ਚ ਵੀ ਛਪਿਆ ਹੋਇਆ, ਉਹ ਵੈਬਸਾਈਟ 'ਤੇ ਹੈਗਾ ਪੰਜਾਬ ਸਰਕਾਰ ਦੇ 'ਤੇ, ਉਹਨੂੰ ਲਾ ਲਓ, ਉਹਦੇ ਸਾਰਾ ਕੁਝ ਲਿਖਿਆ ਹੋਇਆ। ਪਰ ਉਹ ਲਿਖਿਆ ਹੋਇਆ ਤੁਹਾਨੂੰ ਮਿਲਣਾ ਮੁਲਣਾ ਨਹੀਂ ਕੁਛ।
ਕਿਉਂ? ਕਿਉਂਕਿ ਉਹ ਕਹਿਣਗੇ ਤੇਰੇ ਨਾਂ ਤੇ ਫਰਜ਼ ਨਹੀਂ ਹੈ। ਹੁਣ ਤੁਸੀਂ ਦੱਸੋ, ਜਿਨ੍ਹਾਂ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਬਾਪ ਜਿਉਂਦਾ ਮੁੰਡੇ ਦੇ ਨਾਂ ਤੇ ਕਦ ਜ਼ਮੀਨ ਕਰਾਉਂਦਾ ਹੈ, ਉਹਦਾ ਜੇ ਤਾਂ ਕੋਈ ਝਗੜਾ ਝੁਗੜਾ ਹੋਵੇ ਤਾਂ ਭਾਵੇਂ ਹੋ ਜੇ, ਨਹੀਂ ਤਾਂ ਬਾਪ ਦੇ ਨਾਂ ਤੇ ਰਹਿੰਦੀ ਹੈ ਜ਼ਮੀਨ। ਖੁਦਕਸ਼ੀ ਕਰ ਲਈ ਮੁੰਡੇ ਨੇ, ਤੇ ਨਾ ਤਾਂ ਮੁੰਡੇ ਦੇ ਨਾਂ ਤੇ ਕਰਜ਼ਾ, ਕਿਉਂਕਿ ਕਰਜ਼ਾ ਜ਼ਮੀਨ ਤੇ ਮਿਲਿਆ, ਨਾ ਮੁੰਡੇ ਦੇ ਨਾਂ ਦੇ ਉੱਤੇ ਜਿਹੜੇ ਹੈਗੀ ਹੈ ਜ਼ਮੀਨ ਹੈ, ਨਾ ਕਰਜ਼ਾ ਉਹਦੇ ਨਾਂ ਤੇ, ਨਾ ਜ਼ਮੀਨ ਉਹਦੇ ਨਾਂ ਤੇ, ਆ ਕਰੀ ਉਹਨੇ ਖੁਦਕਸ਼ੀ ਹੈ, ਉਹਨੂੰ ਤਾਂ ਕੋਈ ਬੈਨੀਫਿਟ ਮਿਲਣਾ ਹੀ ਨਹੀਂ। ਇੱਕ ਔਰਤ ਹੈ, ਉਹਦੇ ਨਾਂ ਤੇ ਅਜੇ ਜ਼ਮੀਨ ਚੜੀ ਨਹੀਂ, ਘਰ ਵਾਲਾ ਪਹਿਲਾਂ ਸੁਈਸਾਈਡ ਕਰ ਗਿਆ, ਉਹ ਜ਼ਮੀਨ ਚੜਾਉਂਦੀ ਚੜਾਉਂਦੀ ਹੋਈ ਸੁਈਸਾਈਡ ਕਰ ਗਈ। ਨਾ ਉਹਦੇ ਜੁਮੇ ਜ਼ਮੀਨ ਹੈ, ਨਾਮ ਤੇ ਜ਼ਮੀਨ ਹੈ, ਨਾ ਉਹਦੇ ਨਾਮ ਤੇ ਕਰਜ਼ਾ ਹੈ, ਤੇ ਬੱਚਿਆਂ ਨੂੰ ਮਿਲਦਾ ਨਹੀਂ ਰਾਹਤ। ਕਿਉਂ? ਕਿਉਂਕਿ ਕਹਿੰਦੇ ਇਹਦੇ ਨਾਂ ਤੇ ਤਾਂ ਜ਼ਮੀਨ ਹੀ ਨਹੀਂ ਹੈ, ਇਹਦੇ ਨਾਂ ਤੇ ਕਰਜ਼ਾ ਕੋਈ ਨਹੀਂ, ਇਹ ਤਾਂ ਖੇਤੀ ਨਹੀਂ ਕਰਦੀ ਸੀ, ਸਾਬਤ ਨਹੀਂ ਹੁੰਦਾ ਵੀ ਖੇਤੀ ਕਰਦੀ ਹੈ। ਹਾਲਾਂਕਿ ਹਰ ਔਰਤ ਖੇਤੀ ਦੇ ਵਿੱਚ ਹਿੱਸਾ ਪਾਉਂਦੀ ਹੈ, ਜਦੋਂ ਰੋਟੀਆਂ ਲਾਉਂਦੀ ਹੈ, ਰੋਟੀਆਂ ਭੇਜਦੀ ਹੈ ਉੱਥੇ, ਉਹ ਖੇਤੀ 'ਚ ਹੀ ਕੰਮ ਹੈ, ਹੋਰ ਕਾਹਦਾ ਕੰਮ ਹੈ? ਉਹ ਕਹਿੰਦੇ ਨਹੀਂ ਇਹ ਤਾਂ ਹਲ ਚਲਾਵੇ ਤਾਂ ਮੰਨਾਂਗੇ ਵੀ ਇਹ ਖੇਤੀ ਕਰਦੀ ਹੈ। ਜਦ ਬੰਦਿਆਂ ਨੇ ਸਿੱਧੇ ਤਾਂ ਹੀ ਕੰਮ ਨਹੀਂ ਕਰਨਾ ਹੁੰਦਾ। ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ ਮੈਂ ਇਹਦੀ, ਕੰਮ ਕਿਵੇਂ ਕਰਾਈਦਾ। ਜੇ ਤੁਸੀਂ ਬਾਬੂਆਂ ਦੇ, ਬਾਬੂ ਮੀਨਸ ਸੁਣੇ IAS ਅਫਸਰ, ਉਹਨਾਂ ਦੀਆਂ ਗੱਲਾਂ ਸੁਣੋਗੇ। ਇੱਕ ਵਾਰੀ ਕੋਈ ਫੈਸਲਾ ਹੋਇਆ ਤੇ ਸਿਵਲ ਸਰਜਨਾਂ ਨੇ ਖਾਣੇ ਸੀ ਪੈਸੇ, ਉਹ 5 ਦਿਨ ਕਰੀ ਜਾਣ, ਮੈਨੂੰ ਸਾਰੇ ਜਿਨ੍ਹਾਂ ਚੋਂ ਫੋਨ ਆਈ ਜਾਣ ਕਿ ਜੀ ਇਹ ਤਾਂ ਸਾਡੇ ਆਹ ਪੈਸਾ ਦੇ ਹੀ ਨਹੀਂ ਰਹੇ। ਮੈਂ ਆਖਿਆ ਕੋਈ ਨਹੀਂ, ਕੱਲ੍ਹ ਨੂੰ ਮੀਟਿੰਗ ਹੈ ਸਿਵਲ ਸਰਜਨਾਂ ਦੀ, ਮੈਂ ਉਹਦੇ 'ਚ ਦੱਸੂਗਾ। ਉਹ ਮੀਟਿੰਗ, ਮੈਂ ਥੋੜ੍ਹਾ ਲੇਟ ਹੋ ਗਿਆ ਜਾਣ 'ਚ ਸੈਕਟਰੀਏਟ 'ਚ, ਤੇ ਮੀਟਿੰਗ ਸ਼ੁਰੂ ਹੋ ਗਈ। ਮੈਂ ਸੈਕਟਰੀ ਸਾਹਿਬ ਸੀ ਜਿਹੜੇ ਸੀ, ਬਾਅਦ 'ਚੋਂ ਪ੍ਰਾਈਮ ਮਿਨਿਸਟਰ ਸਾਹਿਬ ਦੇ ਸੈਕਟਰੀ ਰਹੇ ਨੇ, ਚੀਫ ਸੈਕਟਰੀ ਰਹੇ ਨੇ ਪੰਜਾਬ ਦੇ। ਮੈਂ ਉਹਨਾਂ ਨੂੰ ਮੈਸੇਜ ਭੇਜਿਆ, ਉਹ ਆ ਗਏ ਬਾਹਰ। ਹਾਂ ਗਰਗ ਕਿਆ ਬਾਤ ਹੈ? ਮੈਂ ਕਿਹਾ ਜੀ ਉਹ ਸਿਵਲ ਸਰਜਨ ਤਾਂ ਕੰਮ ਹੀ ਨਹੀਂ ਕਰ ਰਹੇ, ਇੰਨਾ ਆਪਾਂ ਫੈਸਲਾ ਕਰ ਲਿਆ। ਮੈਂ ਉਹ ਫੈਸਲੇ ਦੇ ਵਿੱਚ ਸੀ, ਮੈਂਬਰ ਸੀ ਮੈਂ ਕਮੇਟੀ ਦਾ, ਅਸੀਂ ਸਾਰਾ ਕਾਨੂੰਨ ਲਿਖ ਕੇ ਸਾਰਾ। ਕਹਿੰਦੇ ਜੋ ऑब्जेक्शन है उसको दूर कर देते हैं, जो एतराज है। मैं जी एतराज एतरूज कोई नहीं, वो तो पैसे खाते ने, ਤੁਸੀਂ ਹੁਣ एतराज ਇੱਕ ਦੂਰ ਕਰ ਦੋਗੇ, ਇੱਕ ਹੋਰ ਲਾ ਦੇਣਗੇ। ਕਹਿੰਦੇ ਫਿਰ ਕੀ ਕਰਾਂ? ਮੈਂ ਕਿਹਾ ਤੁਸੀਂ ਇਹਨਾਂ ਨੂੰ ਐਂ ਕਹਿ ਦਿਓ ਵੀ ਅਸੀਂ ਸਰਕਾਰ ਨੇ ਸੋਚ ਸਮਝ ਕੇ ਕਾਨੂੰਨ ਬਣਾਇਆ, ਇਹਦਾ ਮਤਲਬ ਹੈ ਕਿ ਇਹਨਾਂ ਡਾਕਟਰਾਂ ਨੂੰ ਤਨਖਾਹ ਮਿਲਣੀ ਹੈ, ਤੇ ਜੇ ਅਗਲੇ ਮਹੀਨੇ ਤੱਕ ਕਿਸੇ ਦੀ ਤਨਖਾਹ ਨਾ ਮਿਲੀ, ਉਹ ਬੰਦਾ ਮੀਟਿੰਗ 'ਚ ਨਹੀਂ ਹੋਏਗਾ, ਉਹਦੀ ਥਾਂ ਤੇ ਕੋਈ ਹੋਰ ਹੋਏਗਾ। ਕਿਉਂਕਿ ਸਿਵਲ ਸਰਜਨ ਤਾਂ ਹਰੇਕ ਲੱਗਣਾ ਚਾਹੁੰਦਾ, ਫਿਰ ਉਹਨੂੰ ਪਤਾ ਲੱਗ ਜੂ ਵੀ ਕਾਨੂੰਨ 'ਚ ਕੋਈ ਨੁਕਸ ਨਹੀਂ। ਬਸ ਇਹ ਕਹਿਣਾ ਵੀ ਕਾਨੂੰਨ 'ਚ ਜਰਾ ਵੀ ਨੁਕਸ ਨਹੀਂ। ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਤਨਖਾਹ ਮਿਲਣੀ ਹੈ, ਦੇਣੀ ਤੁਸੀਂ, ਤੁਹਾਨੂੰ ਤਾਂ ਅਧਿਕਾਰ ਦਿੱਤਾ ਵੀ ਉੱਤੇ ਸਰਕਾਰ ਕੋਲ ਨਾ ਹੋਣ ਕਾਗਜ਼, ਛੇਤੀ ਹੋ ਜੇ ਕੰਮ। ਤੇ ਅਗਲੀ ਵਾਰੀ ਤੱਕ ਜੇ ਤਨਖਾਹ ਨਾ ਦਿੱਤੀ ਤੁਹਾਡੇ ਚੋਂ, ਉਹ ਬੰਦਾ ਜਿਹਨੇ ਤਨਖਾਹ ਨਾ ਦਿੱਤੀ ਉਹ ਮੀਟਿੰਗ 'ਚ ਨਹੀਂ ਹੋਏਗਾ। ਕਿੱਥੇ ਰਾਜਾ ਭੋਜ, ਕਿੱਥੇ ਗੰਗਾ ਤੇਰੀ, ਕਿੱਥੇ ਸਿਵਲ ਸਰਜਨ ਲੱਗਾ ਹੋਇਆ, ਕਿੱਥੇ ਇੱਥੇ ਆਲਣੇ 'ਚ ਡਿਪਟੀ ਡਾਇਰੈਕਟਰ ਬਣਾ ਕੇ ਬਿਠਾ ਦੇਣਾ, ਉੱਥੇ ਕੋਈ ਪਾਣੀ ਪਿਲਾਉਣ ਵਾਲਾ ਵੀ ਨਹੀਂ ਹੁੰਦਾ। ਸਿਵਲ ਸਰਜਨ ਥੱਲੇ ਤਾਂ ਪਾਵਰ ਹੀ ਨੇ। ਕਿੱਥੇ DC ਲਾਇਆ, ਕਿੱਥੇ ਤੇ ਲਾਤਾ ਸਪੈਸ਼ਲ ਸੈਕਟਰੀ। ਸਪੈਸ਼ਲ ਸੈਕਟਰੀ ਦਾ PA ਨਹੀਂ ਪੁੱਛਦਾ। ਸੋ ਇਹਨਾਂ ਜਿਹੜਾ ਅਫਸਰ ਹੁੰਦੇ ਨੇ, ਇਹਨੂੰ ਕਹਿਣਾ ਹੁੰਦਾ ਵੀ ਕੰਮ ਹੋਣਾ ਹੈ। ਹਾਂ, ਧੱਕਾ ਨਾ ਕਰੋ ਵੀ ਇਹ ਕਾਨੂੰਨ ਹੈ, ਇਹ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਤੁਹਾਡੀ ਡਿਊਟੀ ਹੈ। ਇਹ ਨਹੀਂ ਵੀ ਭਗਵੰਤ ਮਾਨ ਆ ਕੇ ਕਰਨਗੇ, ਇਹ ਨਹੀਂ ਵੀ ਮੀਚ ਹੇਰ ਆ ਕੇ ਕਰਨਗੇ ਵੀ ਕਾਲਜ ਦਾ ਜੇ ਕੋਈ ਕੰਮ ਹੋਣਾ, ਨੋ। ਸੋ ਤਾਂ ਮੈਂ ਕਹਿਣਾ, ਖੁਦਕਸ਼ੀ ਪੀੜਤ ਪਰਿਵਾਰਾਂ ਦਾ ਕਾਨੂੰਨ ਬਣਿਆ ਹੋਇਆ, ਕਾਨੂੰਨ ਸਾਰੇ ਲੋਕ ਪੜ੍ਹ ਲੈਣ, ਐਜੀਟੇਸ਼ਨਾਂ ਵੀ ਕਰਨ। ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੇ ਐਜੀਟੇਸ਼ਨ ਕਰੀਆਂ ਵੀ ਨੇ, ਉਹ ਕਰਨ ਵੀ। ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਵੀ ਐਜੀਟੇਸ਼ਨ ਦਾ ਕੀ ਇੰਪੈਕਟ ਹੁੰਦਾ। ਮਾਨਸਾ ਦੇ ਵਿੱਚ ਖੁਦਕਸ਼ੀ ਪੀੜਤ ਪਰਿਵਾਰ ਮਿਲਣ ਗਏ DC ਨੂੰ, DC ਨੇ ਮਿਲਿਆ ਨਹੀਂ। DC ਘੰਟਾ ਉਹ ਧੁੱਪ 'ਚ ਖੜੀਆਂ ਰਹੀਆਂ ਬੀਬੀਆਂ, 200-150 ਬੀਬੀ। ਆਖਿਰਕਾਰ ਜਦ DC ਨੂੰ ਪਤਾ ਲੱਗਿਆ ਵੀ ਇਹ ਤਾਂ ਰੌਲਾ ਪੈਣ ਵਾਲਾ ਹੈ, ਉਹਨੇ ਬੁਲਾ ਲਈਆਂ। ਬੁਲਾਉਣ ਸਾਰ ਕਹਿੰਦਾ ਆਏ ਐ ਫਲਾਉਣਾ ਹੈ। ਉਹ ਉਹਨਾਂ ਨੇ ਕਿਹਾ ਕਿ ਕਹਿੰਦਾ ਮੈਨੂੰ ਤੁਸੀਂ ਪੜ੍ਹਾਓਗੇ, ਮੈਨੂੰ ਕਾਨੂੰਨ ਪਤਾ ਹੈ। ਉਹ ਕਹਿੰਦੇ ਨਹੀਂ ਜੀ, ਤੁਸੀਂ ਆਹ ਜਿਹੜੀ ਸਰਬੱਤ ਉਹ ਭਲਾਈ ਯੋਜਨਾ, ਮਹਾਤਮਾ ਗਾਂਧੀ ਸਰਬੱਤ ਭਲਾਈ ਯੋਜਨਾ, ਇਹ ਤੁਸੀਂ ਲਾਗੂ ਨਹੀਂ ਕਰੀ। ਨਹੀਂ ਮੈਨੂੰ ਪਤਾ, ਮੈਂ ਲਾਗੂ ਕਰਨਾ, DC ਨੂੰ ਕੌਣ ਕਹੇ। ਕਹਿੰਦੀ ਜੀ ਉਹਦੇ 'ਚ ਨਾ ਤੁਸੀਂ ਗ੍ਰਾਮ ਸਭਾ ਬੁਲਵਾਉਣੀ ਸੀ, ਕਿੱਥੇ ਹੋਈ ਹੈ। ਚੁੱਪ। ਉਹਨੇ ਕਾਗਜ਼ ਕੱਢ ਕੇ ਅੱਗੇ ਫੜਾਤਾ। ਕਾਨੂੰਨ ਨੂੰ ਉਦੋਂ ਫੜਾਈਦਾ ਜਦ ਐ ਨਹੀਂ ਵੀ ਕਾਨੂੰਨ ਦੀ ਗੱਲ ਦੱਸਣ ਲੱਗ ਜਾਓ। ਵਿਆਹ ਪਿਆ ਕਾਨੂੰਨ, ਦੱਸ ਇਹਦੇ 'ਚ ਕਰਿਆ। ਉਹ ਚੁੱਪ। ਫਿਰ ਕਹਿੰਦਾ ਤੁਸੀਂ ਉੱਧਰ ਕਾਗਜ਼, ਕਹਿੰਦੇ ਅਸੀਂ ਨਹੀਂ ਦੇਣ ਜਾਣਾ। ਫਿਰ ਉਹਨੇ ਆਖਿਆ ਵੀ ਆ ADCD ਬੈਠਾ, ਇਹਨੂੰ
ਜਿਹੜੇ ਪੰਚਾਇਤ ਵਾਲੇ ਕਾਗਜ਼ ਨੇ ਉਹ ਤਾਂ ਇਹਨੂੰ ਫੜਾ ਦਿਓ, ਜਿਹੜੇ ਵੈਲਫੇਅਰ ਵਾਲੇ ਨੇ, ਕਿਉਂਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਤੁਹਾਨੂੰ ਦੱਸਿਆ ਨਾ ਵੀ ਦੋਨੇ ਪਾਸੇ ਹੁੰਦੇ ਨੇ, ਵੀ ਉਹ ਤੁਸੀਂ ਪਲੀਜ਼ ਉੱਥੇ ਦੇ ਦਿਓ। ਚਲੋ ਇੰਨਾ ਕੁ ਮੰਨ ਗਏ, ਪਰ ਆਉਂਦੇ ਹੋਏ ਉਹ ਲੜਕੀ ਸੀ ਸਿੰਪਲ, ਉਹਦੇ ਬਾਪ ਨੇ ਵੀ ਸੁਸਾਈਡ ਕਰਿਆ ਸੀ। ਉਹ ਕਹਿੰਦੀ ਡੀਸੀ ਸਾਹਿਬ ਤੁਸੀਂ ਸਾਡੇ ਨਾਲ ਚੰਗਾ ਨਹੀਂ ਕਰਿਆ, ਆਹ ਕੁਝ ਹੋਣ ਦੇ ਬਾਵਜੂਦ ਕਿ ਕਾਗਜ਼ ਫੜ ਲਏ, ਉੱਥੇ ਵੀ ਕਾਗਜ਼ ਦੇਣ ਦੀ ਗੱਲ ਹੋ ਗਈ ਤਾਂ ਵੀ ਕਿ ਡੀਸੀ ਸਾਹਿਬ ਤੁਸੀਂ ਚੰਗਾ ਨਹੀਂ ਕਰਿਆ। 4 ਦਿਨਾਂ 'ਚ ਡੀਸੀ ਬਦਲੀ ਹੋ ਗਈ, ਜਦ ਇਸੇ ਗੱਲ ਦੇ ਉੱਤੇ ਰੌਲਾ ਪੈ ਗਿਆ ਵੀ ਇਹ 'ਚ ਡੀਸੀ ਨੇ ਐਂ ਕਰਿਆ। ਸਵਾਲ ਇਹ ਹੈ ਕਿ ਜੇ ਤੁਸੀਂ ਸਰਕਾਰੀ ਮੁਲਾਜ਼ਮ ਹੋ, ਤੁਹਾਡੇ ਕੋਲ ਖੁਦਕੁਸ਼ੀ ਪੀੜਤ ਪਰਿਵਾਰ ਆ ਰਿਹਾ ਯਾਰ, ਉਹਦੇ ਵਾਸਤੇ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਹੈ। ਉਹ ਕਾਨੂੰਨ ਇਹ ਹੈ ਕਿ ਤੁਹਾਡੀ ਡਿਊਟੀ ਹੈ ਜਾ ਕੇ ਉਹਦੀ ਮਦਦ ਕਰੋ, ਤੁਸੀਂ ਉਹ ਮਦਦ ਨਾ ਆਇਆ ਤਾਂ ਵੀ ਨਹੀਂ ਕਰ ਰਹੇ। ਜਿੱਥੇ ਡਿਊਟੀ ਇਹ ਹੈ ਕਿ ਉਹਦੇ ਘਰੇ ਪਾਣੀ ਪਹੁੰਚਾਉਣਾ ਹੈ, ਤੁਸੀਂ ਪਾਣੀ ਤਾਂ ਪਹੁੰਚਾ ਨਹੀਂ ਰਹੇ, ਪਰ ਉਹ ਤੁਹਾਡੇ ਕੋਲੋਂ ਪਾਣੀ ਮੰਗਣ ਆ ਗਿਆ, ਤੁਸੀਂ ਫਿਰ ਵੀ ਨਹੀਂ ਦੇ ਰਹੇ। ਇਹ ਹੈ। ਹੁਣ ਦੱਸੋ ਡਾਕਟਰ ਸਾਹਿਬ, ਇੱਕ ਸਵਾਲਾਂ ਦਾ ਸਵਾਲ ਹੈ ਕਿ ਜਿੱਥੋਂ ਤੱਕ ਅੰਕੜੇ ਆ ਗਏ ਨੇ, ਜੇ ਆਪਾਂ ਅੰਕੜੇ ਵੀ ਮਤਲਬ ਕਿ ਹਟ ਕੇ ਗੱਲ ਕਰੀਏ, ਜੇ ਅੰਕੜਿਆਂ ਤੇ ਨਾ ਵੀ ਗੱਲ ਕਰਨੀ ਹੋਵੇ, ਵੈਸੇ ਤਾਂ ਇੱਕ ਖੁਦਕੁਸ਼ੀ ਵੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਮਤਲਬ ਕਿ ਬੁਰੀ ਕਹਿ ਸਕਦੇ ਹਾਂ ਕਿ ਨਹੀਂ ਹੋਣੀ ਚਾਹੀਦੀ ਖੁਦਕੁਸ਼ੀ ਕਿਸੇ ਵੀ ਜੀਵ ਦਾ ਇਸ ਤਰੀਕੇ ਦੇ ਨਾਲ ਆਪਣੇ ਮਜਬੂਰੀਆਂ ਦੇ ਕਰਕੇ ਇਸ ਦੁਨੀਆ ਨੂੰ ਛੱਡ ਜਾਣਾ। ਪਰ ਫਿਰ ਵੀ ਜਦੋਂ ਸਵਾਲ ਹੁਣ, ਕਿਉਂਕਿ ਕਿਸਾਨ ਜਿਹੜੇ ਨੇ, ਜੇ ਮੇਰੇ ਧਿਆਨ ਚ ਆਉਂਦਾ, ਸ਼ਾਇਦ ਮੈਂ ਇਹ ਸੋਚਦਾ ਕਿ ਜੇ ਇੱਕ ਕਿਸਾਨ ਮਰਦਾ ਹੈ ਤਾਂ ਉਹਦੇ ਪਿੱਛੇ ਮਜ਼ਦੂਰ ਵੀ ਮਰਦਾ ਹੈ, ਜੇ ਕੋਈ ਮਜ਼ਦੂਰ ਮਰਦਾ ਹੈ ਤਾਂ ਉਹਦੇ ਪਿੱਛੇ ਉਹਦਾ ਪਰਿਵਾਰ ਵੀ ਮਰਦਾ ਹੈ, ਕਿਉਂਕਿ ਉਹ ਇਹੋ ਜਿਹਾ ਆਸਰਾ ਹੁੰਦਾ ਪਰਿਵਾਰ ਲਈ ਜਿਹਦੇ ਬਿਨਾਂ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਬਾਅਦ ਦੇ ਵਿੱਚ ਹਾਲਾਤਾਂ ਨਾਲ ਕਰ ਲੈਂਦੇ ਨੇ ਸਮਝੌਤਾ, ਪਰ ਜਦੋਂ ਅੱਜ ਸੰਕਟ ਆਲੇ ਦੁਆਲੇ ਸੰਕਟ ਹੀ ਸੰਕਟ ਹੈ, ਲੰਪੀ ਸਕਿਨ ਬਿਮਾਰੀ ਹੋ ਗਈ, ਕਿਸਾਨਾਂ ਦਾ ਦੁੱਧ ਜਿਹੜਾ ਆ ਉਹ ਕਹਿੰਦੇ ਕਿ ਨਕਲੀ ਦੁੱਧ ਵਿਕ ਰਿਹਾ, ਅਸੀਂ ਉਹਦੇ ਖਿਲਾਫ ਵੀ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਂਦੇ ਆ, ਸਰਕਾਰ ਸੁਣਦੀ ਨਹੀਂ। ਸੂਰਾਂ ਦੀ ਜਿਹੜੀ ਆ ਅਫਰੀਕਨ ਵਾਇਰਸ ਉਹ ਸਾਡੇ ਸਾਹਮਣੇ ਆ ਰਿਹਾ, ਮਤਲਬ ਕਿ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਜਾ ਕੇ ਕਿਸਾਨੀ ਦੇ ਨਾਲ ਜੁੜ ਜਾਂਦੀਆਂ ਨੇ, ਤੇ ਫਿਰ ਉਹ ਖੁਦਕੁਸ਼ੀਆਂ ਕਰਦੇ ਨੇ ਤੇ ਸਰਕਾਰਾਂ ਹੱਥ ਤੇ ਹੱਥ ਧਰ ਕੇ ਬਹਿੰਦੀਆਂ ਨੇ, ਅੰਕੜੇ ਜਾਰੀ ਹੋ ਜਾਂਦੇ ਨੇ, ਆਹ ਸਰਕਾਰ ਚ ਇੰਨੇ, ਉਹ ਸਰਕਾਰ ਚ ਉਹਨੇ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਸਰਕਾਰਾਂ ਲੋਕਾਂ ਦੀਆਂ ਨਹੀਂ ਹੈਗੀਆਂ, ਸਿਰਫ ਲੋਕਾਂ ਦੀਆਂ ਵੋਟਾਂ ਨਾਲ ਬਣਦੀਆਂ ਨੇ। ਸਰਕਾਰਾਂ ਤਜਾਉਣੀਆਂ ਭਰਨ ਵਾਸਤੇ ਨੇ। ਸਰਕਾਰਾਂ ਨੂੰ ਜਦ ਤੱਕ ਕੰਮ ਆਉਂਦਾ ਨਹੀਂ ਜਾਂ ਕਰਨਾ ਨਹੀਂ ਚਾਹੁੰਦੀਆਂ, ਜਿਨ੍ਹਾਂ ਨੂੰ ਆਉਂਦਾ ਵੀ ਆ ਉਹ ਵੀ ਨਹੀਂ ਕਰਨਾ ਚਾਹੁੰਦੇ। ਉਹਦੇ ਵਾਸਤੇ ਪੜ੍ਹੇ ਲਿਖੇ ਲੋਕ, ਪੜ੍ਹਿਆ ਲਿਖਿਆ ਹੋਵੇ ਜੀ। ਮਹਾਰਾਜਾ ਅਕਬਰ ਕੋਈ ਪੜ੍ਹਿਆ ਲਿਖਿਆ ਨਹੀਂ ਸੀ, ਮਹਾਰਾਜਾ ਰਣਜੀਤ ਸਿੰਘ ਕੋਈ ਪੜ੍ਹਿਆ ਲਿਖਿਆ ਨਹੀਂ ਸੀ, ਅਨਪੜ੍ਹ ਸੀ, ਅੱਖ ਵੀ ਇੱਕ ਸੀ ਤੇ ਅੰਗਰੇਜ਼ ਵੀ ਡਰਦਾ ਸੀ। ਸੋ ਇਹਦੇ 'ਚ ਪੜ੍ਹੇ ਲਿਖੇ ਦੀ ਨਹੀਂ, ਇਹਦੇ 'ਚ ਕੀ ਹੁੰਦੀ ਹੈ, ਇਨਸਾਫ ਦੀ ਭਾਵਨਾ ਹੁਕਮਰਾਨ 'ਚ ਹੋਣੀ ਜ਼ਰੂਰੀ ਹੈ। ਮੈਂ ਸਾਰੀ ਉਮਰ ਜਿੱਥੇ ਰਿਹਾ, ਮੈਨੂੰ ਕਦੇ ਕਿਸੇ ਕਾਨੂੰਨ ਨੇ ਨਹੀਂ ਰੋਕਿਆ ਕਿ ਪੜ੍ਹਾਈ ਦਾ ਕੰਮ ਨਾ ਮੈਂ ਕਰ ਸਕਾਂ, ਕਿ ਕਾਨੂੰਨ ਮੇਰੇ ਰਸਤੇ 'ਚ ਖੜ ਗਿਆ ਹੋਵੇ, ਕਦੀ ਵੀ। ਚਾਹੇ ਕਿਸੇ ਵਿਅਕਤੀ ਦੀ ਸਮੱਸਿਆ, ਚਾਹੇ ਉਹ ਪੂਰੇ ਹਸਪਤਾਲ ਦੀ ਸਮੱਸਿਆ, ਚਾਹੇ ਉੱਥੇ 100 ਮਰੀਜ਼ਾਂ ਦੀ ਸਮੱਸਿਆ, ਮੈਨੂੰ ਅੱਜ ਤੱਕ ਪੂਰੀ, ਚਾਹੇ ਯੂਨੀਵਰਸਿਟੀ ਦੇ ਵਿੱਚ ਹੈ, ਮੈਨੂੰ ਅੱਜ ਤੱਕ ਕਾਨੂੰਨ ਮੇਰੇ ਰਸਤੇ, ਚਾਹੇ ਕਿਤੇ ਬਿਲਡਿੰਗ ਬਣਾਉਣ ਦੀ ਗੱਲ ਹੈ, ਚਾਹੇ ਕਿਤੇ ਇਕਵਿਪਮੈਂਟ ਦੀ ਗੱਲ ਹੈ, ਮੈਨੂੰ ਅੱਜ ਤੱਕ ਕਾਨੂੰਨ ਰਸਤੇ 'ਚ ਕਦੀ ਵੀ ਨਹੀਂ ਅੜਿਆ। ਔਰ ਮੈਂ ਕਦੀ ਕਾਨੂੰਨ ਬਦਲਿਆ ਨਹੀਂ, ਮੈਂ ਗੈਰ ਕਾਨੂੰਨੀ ਕੰਮ ਕਦੀ ਨਹੀਂ ਕਰਿਆ, ਪਰ ਮੈਨੂੰ ਕਾਨੂੰਨ ਅੜਿਆ ਹੀ ਨਹੀਂ ਫਾਇਦਾ ਦੇਣ 'ਚ। ਛੁੱਟੀਆਂ ਉਦਾਹਰਨਾਂ ਦੇ ਦਿੰਦਾ, 3 ਜੂਨ 1984 ਨੂੰ ਕਰਫਿਊ ਲੱਗ ਗਿਆ ਸ਼ਾਮ ਨੂੰ, ਮੈਂ ਆਰਡਰ ਕਰਤਾ ਵੀ ਜਿਹੜੀ ਸਾਡੀ ਐਂਬੂਲੈਂਸ ਹੈ ਇਹਦੇ ਪੈਸੇ ਨਹੀਂ ਲਵਾਂਗੇ ਅਸੀਂ, ਕਿਉਂਕਿ ਕਰਫਿਊ ਲੱਗ ਗਿਆ, ਇਹਦਾ ਤਾਂ ਬੰਦਿਆਂ ਦਾ ਤਾਂ ਕੋਈ ਕਸੂਰ ਨਹੀਂ। 10 ਰੁਪਏ ਵੀ ਉਦੋਂ ਬਹੁਤ ਮਹਿੰਗੇ ਸੀ 1984 'ਚ, 10 ਰੁਪਏ ਚਾਰਜ ਹੁੰਦੇ ਵੀ ਅਸੀਂ ਮੁਫਤ ਜਾਏਗੀ। ਕੋਈ ਕਾਨੂੰਨ ਨਹੀਂ ਮੇਰੇ ਰਸਤੇ ਚੜਿਆ। ਫਿਰ ਮਰੀਜ਼ਾਂ ਦੇ ਰਿਸ਼ਤੇਦਾਰ ਉੱਥੇ ਫਸ ਗਏ। 100 ਬੈੱਡ ਦਾ ਹਸਪਤਾਲ, ਤੁਹਾਨੂੰ ਪਤਾ ਹੀ ਹੈ, ਹਸਪਤਾਲ ਨਾਲ ਇੱਕ ਰਿਸ਼ਤੇਦਾਰ ਤਾਂ ਘੱਟੋ ਘੱਟ ਰਹਿਣਾ ਪੈਂਦਾ ਮਰੀਜ਼ ਦੇ, ਨਹੀਂ ਹਸਪਤਾਲ 'ਚ ਕਿੱਥੇ ਇਲਾਜ ਹੁੰਦਾ। ਕਈਆਂ ਦੇ 2-2 ਵੀ ਹੁੰਦੇ ਨੇ ਤੰਗ ਮਰੀਜ਼ਾਂ ਦੇ, ਉਹ ਕਿੱਥੇ ਜਾਣ, ਨਾ ਜਾਣ ਦਾ ਰਸਤਾ। ਮੈਂ ਲਿਖਤਾ ਵੀ ਹਸਪਤਾਲ ਦਾ ਜਿਹੜਾ ਖਾਣਾ ਮਰੀਜ਼ਾਂ ਨੂੰ ਦਿੰਦੇ ਉਹਦੇ ਵਿੱਚੋਂ ਹੀ, ਉਸੇ ਰਾਸ਼ਨ 'ਚੋਂ ਇਹਨਾਂ ਦਾ ਖਾਣਾ ਵੀ ਪੱਕੂ। ਮੈਨੂੰ ਬਥੇਰੇ ਮੇਰੇ ਉਹਨਾਂ ਨੇ ਕਿਹਾ ਵੀ ਇਹ ਤਾਂ ਜੀ ਹੈ, ਇਹ ਤਾਂ ਆਪਾਂ, ਮੈਂ ਕਿਹਾ ਬਿਲਕੁਲ ਹੀ ਨਹੀਂ, ਇਹਨਾਂ ਭੁੱਖੇ ਥੋੜ੍ਹਾ ਮਾਰਨਾ, ਖਾਣਾ ਤਾਂ ਜੇਲ੍ਹ 'ਚ ਵੀ ਦਿੱਤਾ ਜਾਂਦਾ, ਔਰ ਉਹ ਖਾਣਾ ਦਿੱਤਾ। ਕੋਈ ਕਾਨੂੰਨ ਨਹੀਂ ਮੇਰੇ ਰਸਤੇ 'ਚ ਖੜਾ ਹੋਇਆ। ਮੈਂ ਕਹਿੰਦਾ ਬੱਚਿਆਂ ਨੂੰ ਰੋਲ ਨੰਬਰ, ਜੇ ਕੋਈ ਬੱਚਾ ਭੁੱਲਿਆ ਆ ਰੋਲ ਨੰਬਰ, ਉਹਨੂੰ ਮੌਕੇ ਤੇ ਸੈਂਟਰ ਦੇ ਵਿੱਚ ਫੜਨ ਵੇਲੇ ਰੋਲ ਨੰਬਰ ਦਿੱਤਾ ਜਾਏਗਾ, ਔਰ ਕੋਈ ਪੈਸਾ ਵੀ ਨਹੀਂ ਲਿਆ ਜਾਏਗਾ ਉਹ ਤੋਂ। ਮੇਰੇ ਰਸਤੇ 'ਚ ਕੋਈ ਕਾਨੂੰਨ ਨਹੀਂ ਖੜਿਆ। ਮੈਂ ਕਹਿੰਦਾ ਹਸਪਤਾਲ ਦੇ ਵਿੱਚ ਜਿਹੜੀਆਂ ਦਵਾਈਆਂ ਗੋਲੀਆਂ ਗਾਲੀਆਂ ਦਿੰਦੇ ਹੋ, ਐਵੇਂ ਤੁਸੀਂ ਕਾਗਜ਼ ਕਾਲੇ ਕਰੀ ਜਾਂਦੇ ਹੋ ਵੀ ਇੰਨੀ ਆ ਫਲਾਣੇ ਨੰਬਰ ਨੂੰ ਦਿੱਤੀ, ਸ਼ਾਮ ਨੂੰ ਲਿਖ ਜਾ ਕਰੋ ਅੱਧੇ ਪੈਸੇ ਦੀ ਗੋਲੀਆਂ, ਐਵੇਂ ਪੈਸਾ ਟਾਈਮ ਲਾਈ ਜਾਂਦੇ ਹੋ ਵੀ ਇੰਨੀਆਂ ਗੋਲੀਆਂ ਹਸਪਤਾਲ 'ਚ ਵਾਰਡ 'ਚ ਵੰਡੀਆਂ ਗਈਆਂ। ਜਿਹਨੇ ਮੇਰੀ ਟੰਗ ਤੋੜਨੀ ਹੋ ਤੋੜ ਦੇ।
8 ਆਨਿਆਂ ਦੀਆਂ ਗੋਲੀਆਂ ਤੁਸੀਂ ਮੰਨਦੇ ਹੋ, 8 ਆਨੇ ਦੀ ਗੋਲੀ 'ਚ ਹਿਸਾਬ ਲਾਉਣ ਤੀ ਸਾਰਾ ਦਿਨ ਲਾਈ ਜਾਂਦੇ ਹੋ। ਤੇ ਲਿਖ ਲਓ ਵੀ ਲਿਖਦੀਆਂ, ਮੇਰੀ ਜ਼ਿੰਮੇਵਾਰੀ ਹੈ, ਮੈਂ ਲਿਖ ਕੇ ਆਰਡਰ ਕਰਦਾ। ਐ ਨਹੀਂ ਹੈਗਾ, ਜਦ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਕੋਈ ਕਾਨੂੰਨ ਨਹੀਂ ਰੋਕਦਾ ਕੰਮ ਤੋਂ, ਜਦ ਤੁਸੀਂ ਕੰਮ ਨਹੀਂ ਕਰਨਾ ਉਦੋਂ ਸਾਰੇ ਕਾਨੂੰਨ ਰੋਕਦੇ ਨੇ ਤੁਹਾਨੂੰ। ਆਹ ਗੱਲ ਹੈ। ਇਹ ਬਿਊਰੋਕ੍ਰੇਸੀ ਕੰਮ ਨਹੀਂ ਕਰਨਾ ਚਾਹੁੰਦੀ, ਇਹ ਬਹਾਨੇ ਲਾਉਂਦੇ ਨੇ, ਇਹਨਾਂ ਦੀਆਂ ਮਨਸ਼ਾ ਮਾੜੀ ਹੈ। ਜਿੱਥੇ ਕਾਨੂੰਨ ਇੰਨਾ ਹੀ ਅੜ ਜੇ, ਮੇਰੇ ਸਾਹਮਣੇ ਨਹੀਂ ਕਦੇ ਅੜਿਆ, ਪਰ ਫਰਜ਼ ਕਰੋ ਕੋਈ ਕਾਨੂੰਨ ਐਸਾ ਹੋਵੇ ਜਿਹੜਾ ਤੁਹਾਨੂੰ ਕੰਮ ਨਹੀਂ ਕਰਨ ਦਿੰਦਾ, ਤੇ ਤੁਸੀਂ ਤਜਵੀਜ਼ ਬਣਾਓ ਕਾਨੂੰਨ ਨੂੰ ਬਦਲ ਦਿਓ। ਕਾਨੂੰਨ ਲੋਕਾਂ ਵਾਸਤੇ ਕਿ ਲੋਕ ਕਾਨੂੰਨ ਵਾਸਤੇ ਨੇ, ਪਹਿਲਾਂ ਇਹ ਸਵਾਲ ਦੇਖੋ। ਬਿਲਕੁਲ ਬਿਲकुल। ਜਿਹੜੀ ਨੀਤੀ ਬਣਾਈ ਹੈ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਦੇਣ ਦੀ, ਉਹ ਬਣਾਈ ਕਾਹਦੇ ਵਾਸਤੇ ਹੈ? ਉਹ ਬਣਾਈ ਇਸ ਵਾਸਤੇ ਕਿ ਉਹਨਾਂ ਨੂੰ ਰਾਹਤ ਮਿਲ ਜੇ। ਉਹਨਾਂ ਨੂੰ ਰਾਹਤ ਰੋਕਣ ਵਾਸਤੇ ਤਾਂ ਨਹੀਂ ਬਣਾਈ, ਉਹਨਾਂ ਨੂੰ ਹੋਰ ਹੈਰਾਨ ਕਰਨ ਵਾਸਤੇ ਤਾਂ ਨਹੀਂ ਬਣਾਈ, ਉਹਨਾਂ ਨੂੰ ਬਦੀਨ ਕਰਨ ਵਾਸਤੇ ਤਾਂ ਨਹੀਂ ਬਣਾਈ, ਉਹਨਾਂ ਦੀ ਬੇਇੱਜ਼ਤੀ ਕਰਨ ਵਾਸਤੇ ਤਾਂ ਨਹੀਂ ਬਣਾਈ, ਜਾਂ ਤੀਆਂ ਪਿੱਛੋਂ ਨੂੰਗੀ ਫੁੱਕਣ ਵਾਲੀ ਗੱਲ ਤਾਂ ਨਹੀਂ ਬਣਾਈ ਵੀ ਉਹ ਪਰਿਵਾਰ ਸਾਰਾ ਮਰ ਜੇ ਮੁੜ ਕੇ ਕਹੋ ਹਾਂ ਹੁਣ ਅਸੀਂ ਰਾਹਤ ਦੇ ਦਿੰਦੇ ਹਾਂ। ਉਹ ਬਣਾਈ ਇਸ ਵਾਸਤੇ ਹੈ ਕਿ ਉਹਨਾਂ ਨੂੰ ਰਾਹਤ ਮਿਲ ਜੇ। ਉਦੇਸ਼ ਤਾਂ ਇਹੀ ਹੈ ਨਾ, ਨਿਸ਼ਾਨਾ ਇਹੀ ਹੈ ਕਿ ਨਹੀਂ? ਕੋਈ ਸਰਕਾਰ ਜਦ ਕਹੇ ਵੀ ਐਵੇਂ ਕਾਗਜ਼ਾਂ 'ਚ ਬਣਾਈ ਹੈ, ਯਾਰ ਉਦੇਸ਼ ਤਾਂ ਸਾਡਾ ਹੈ ਨਹੀਂ। ਜਦ ਨਿਸ਼ਾਨਾ ਇਹ ਹੈ ਕਿ ਉਹਨਾਂ ਨੂੰ ਬੈਨੀਫਿਟ ਮਿਲ ਜੇ, ਤੇ ਵੀ ਨੀਤੀ ਤਾਂ ਕਹਿੰਦੀ ਹੈ ਮਿਲੇ। ਦੇਣਾ ਕਿਹਨੇ? ਅਧਿਕਾਰੀਆਂ ਨੇ। ਉਹਦੇ ਵਾਸਤੇ ਨੀਤੀ ਨੇ ਹੋਰ ਸੌਖਾ ਕਰਤਾ ਵੀ ਇਹਨਾਂ ਦੀ ਇੱਕ ਕਮੇਟੀ ਬਣਾਤੀ, ਔਰ ਜੇ ਕੋਈ ਕਮੇਟੀ ਫੈਸਲੇ ਕਰਦੀ ਹੈ ਕੋਈ ਵਿਅਕਤੀ ਜ਼ਿੰਮੇਵਾਰੀ ਨਹੀਂ ਹੁੰਦਾ ਵੀ ਤਾਂ ਜੀ ਕਮੇਟੀ ਨੇ ਕਰੇ। ਪਰ ਕਿਉਂਕਿ ਤੁਹਾਡੇ ਨਾ ਤਾਂ ਤੁਹਾਨੂੰ ਜਿਸ ਤਰ੍ਹਾਂ ਲੱਗੇ ਸੋ ਤਨ ਜਾਣੇ ਅਵਰ ਕੇ ਜਾਣੇ ਪੀਰ ਭਰਾਈ, ਉਹ ਜਿਹੜਾ ਮਰ ਗਿਆ ਦੁੱਖ ਤਾਂ ਉਹਨੂੰ ਹੈ, ਇਹਨਾਂ ਨੂੰ ਕੀ ਹੈ? ਤਾਂ ਅਹਿਲਕਾਰ ਉੱਥੇ ਬੈਠੇ ਨੇ, ਇਹਨਾਂ ਦੇ ਬਾਬੂ ਬੈਠੇ ਨੇ, ਇਹਨਾਂ ਨੇ ਕੀ ਲੈਣਾ? ਕੋਈ ਮਰ ਗਿਆ ਕੋਈ ਜੀ ਗਿਆ। ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਆਪਣੀ ਗੱਲ ਖਤਮ ਕਰਦੇ ਹਾਂ ਕਿਉਂਕਿ ਲੰਬੀ ਬਹੁਤ ਹੋ ਗਈ। ਇੱਕ ਵਾਰੀ ਅਸੀਂ ਸਰਜਰੀ ਕਰ ਰਹੇ ਸੀ, ਲਾਈਟ ਚਲੀ ਗਈ, ਜਨਰੇਟਰ ਵੀ ਨਹੀਂ ਸੀ। ਇੱਕੋ ਅੱਗੇ ਟਾਰਚਾਂ ਹੁੰਦੀਆਂ ਹੁੰਦੀਆਂ, ਕਮਾਂਡਰ ਦੀ ਟਾਰਚ ਹੁੰਦੀ, ਉਹਦੇ 4 ਕੇ 8 ਸੈੱਲ ਪੈਂਦੇ ਸੀ। ਉਹ ਵੱਡੀਆਂ ਟਾਰਚਾਂ ਨਾਲ ਅਸੀਂ, ਮੈਂ ਕਿਹਾ ਉਹ ਟਾਰਚ ਲਾਓ, ਕਹਿੰਦੇ ਜੀ ਸੈੱਲ ਨਹੀਂ ਹੈਗੇ। ਮੈਂ ਇੱਥੋਂ ਸਾਹਮਣੇ ਫੜਦੇ ਹੋ ਰਜਿੰਦਰ ਹਸਪਤਾਲ ਸਾਹਮਣੇ ਹੀ ਦੁਕਾਨਾਂ ਬਥੇਰੀਆਂ ਨੇ, ਉਹ ਲਾਇਆ ਆ। ਉਹ ਸੈੱਲ ਕਿਤੇ 10-20 ਪੈਸੇ ਮਹਿੰਗਾ ਆਇਆ ਹੋਊ, 10 ਪੈਸੇ ਲਿਆ ਕੇ ਕਰਤਾ। ਤੇ ਉਹਨੇ ਬਾਬੂ ਨੇ ਜਦ ਬਿਲ ਬੁਲ ਜਿਹਾ ਭੇਜਿਆ ਜੀਤ ਡਿਪਾਰਟਮੈਂਟ ਦੇ ਨੇ, ਉਹ ਮੈਡੀਕਲ ਸੁਪਰਡੈਂਟ ਨੇ ਆਬਜੈਕਸ਼ਨ ਲਾਤਾ ਬਾਬੂ ਨੇ ਵੀ ਇਹਦਾ ਤੁਸੀਂ ਆਏ ਨਹੀਂ, ਤੁਸੀਂ ਆਹ ਫਲਾਣਾ ਕੋਟੇਸ਼ਨ ਨਹੀਂ ਲਈ, ਉਹ ਨਹੀਂ ਕਰਿਆ, ਫਲਾਣਾ ਨਹੀਂ ਕਰਿਆ। ਉਹਨੇ ਕਹਿੰਦਾ ਐਂ ਕਰਨਾ, ਮੈਂ ਛੱਡ ਕੁਛ ਨਹੀਂ ਕਰਨਾ, ਆ ਚੱਕ ਪੈਸੇ। ਕਿਆ 5-10 ਰੁਪਏ? ਮੈਨੂੰ ਇੰਨੀ ਤਨਖਾਹ ਮਿਲਦੀ ਸੀ ਉਸ ਵੇਲੇ, 10 ਰੁਪਏ ਨਾਲ ਮੇਰਾ ਕੀ ਟੰਗ ਟੁੱਟ ਜਾ, ਉਹਦੇ ਤੱਕ ਖਤਮ ਕਰਿਆ ਮੈਂ ਕੰਮ। ਮੈਂ ਮੈਡੀਕਲ ਸੁਪਰਡੈਂਟ ਕੋਲ ਗਿਆ, ਮੈਂ ਬਾਬੂ ਨੂੰ ਬੁਲਾਵਾ ਦਿਨ, ਹਿੰਮਤ ਹੋਣੀ ਚਾਹੀਦੀ ਤੁਹਾਡੇ 'ਚ। ਬਾਬੂ ਆ ਗਿਆ, ਮੈਂ ਕਾਕਾ ਜੇ ਤੇਰੀ ਮਾਂ ਬਿਮਾਰ ਹੋਵੇ, ਉਹਦਾ ਪੇਟ ਖੋਲਿਆ ਹੋਇਆ ਹੋਵੇ, ਤੇ ਫਿਰ ਤੂੰ ਕੋਟੇਸ਼ਨ ਲਿਆਏਗਾ ਸੈੱਲਾਂ ਦੀ? ਤੇਰੀ ਮਾਂ, ਮੈਂ ਕਿਹਾ ਕਿੱਥੇ ਰਹਿਣਾ? ਕਹਿੰਦਾ ਜੀ ਕਿਲਾ ਚੌਕ 'ਚ। ਮੈਂ ਜੇ ਕਿਲਾ ਚੌਕ 'ਚ ਤੇਰੀ ਮਾਂ ਇੱਕ ਲੱਖ ਤੰਗ ਹੋ ਜੇ ਤੇ ਤੂੰ ਉਹਨੂੰ ਰਿਕਸ਼ੇ 'ਚ ਬਿਠਾ ਕੇ ਲਿਆਉਣਾ ਹੋਵੇ, ਫਿਰ ਰਿਕਸ਼ੇ ਦੀ ਕੋਟੇਸ਼ਨ ਲਾਏਗਾ? ਰਿਕਸ਼ੇ ਵਾਲਾ ਦੁੱਗਣੇ ਪੈਸੇ ਮੰਗ ਲਏ ਤਾਂ ਵੀ ਬਿਠਾਏਗਾ ਵੀ ਫਟਾਫਟ ਚੱਲ ਯਾਰ, ਜਿਵੇਂ ਮਰਜ਼ੀ ਚੱਲ। ਉਦੋਂ ਰਿਕਸ਼ੇ ਹੁੰਦੇ ਸੀ, ਉਦੋਂ ਆਟੋ ਊਟੋ ਤਾਂ ਨਹੀਂ ਸੀਗੇ ਬਹੁਤੇ। ਤੇ ਦੇਖੇ, ਮੈਂ ਤੇਰੇ ਖਿਆਲ 'ਚ ਕੋਟੇਸ਼ਨ, ਮੈਂ ਕਿਹਾ ਕੋਟੇਸ਼ਨ ਲਿਆ ਕੇ ਜੇ ਸੈੱਲ ਉਦੋਂ ਨੂੰ ਮੁਫਤ ਮਿਲ ਜਾਂਦੇ, ਮਰੀਜ਼ ਹੀ ਮਰ ਗਿਆ, ਫਿਰ ਸੈੱਲ ਕਰਨੇ ਕੀ ਨੇ? ਫਿਰ ਉਹ ਮੈਡੀਕਲ ਸੁਪਰਡੈਂਟ ਕਹੇ ਕੋਈ ਨਹੀਂ ਜੀ ਪਾਸ ਕਰ ਦਿੰਦਾ ਜੀ, ਇਹਨਾਂ ਨੂੰ ਪਤਾ ਨਹੀਂ। ਬਾਬੂ ਵੀ ਹੱਲ ਕਰੇ। ਮੈਂ ਹੁਣ ਮੈਂ ਬਿੱਲ ਨਹੀਂ ਪਾਸ ਕਰਾਉਣਾ, ਮੈਂ ਟੁੱਟੇ ਕਰੇ ਸੁੱਟਿਆ। ਮੈਂ ਬਿੱਲ ਬੁੱਲ ਨਹੀਂ ਪਾਸ ਕਰਾਉਣਾ, ਮੈਂ ਤੁਹਾਨੂੰ ਦੱਸਿਆ ਬੰਦਾ ਬਣ ਕੇ ਕੰਮ ਕਰਨਾ ਹੁੰਦਾ ਹੈ। ਤੂੰ ਮੈਂ ਕਿਹਾ ਕਹਦਾ ਮੈਡੀਕਲ ਸੁਪਰਡੈਂਟ, ਜੇ ਤੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਐਮਰਜੈਂਸੀ 'ਚ ਸਰਜਰੀ ਚੱਲ ਰਹੀ, ਤੇਰੀ ਡਿਊਟੀ ਸੀ ਕਿ ਬਿਜਲੀ ਨਾ ਜਾਵੇ, ਬਿਜਲੀ ਚਲੀ ਗਈ, ਤੇਰੀ ਡਿਊਟੀ ਸੀ ਕਿ ਜਨਰੇਟਰ ਚੱਲਦਾ ਹੋਵੇ, ਜਨਰੇਟਰ ਨਹੀਂ ਚੱਲਦਾ, ਇਹ ਤੂੰ ਫੇਲ ਹੋਇਆ ਜੋ ਡਿਊਟੀ 'ਚ। ਫਿਰ ਤੇਰੀ ਡਿਊਟੀ ਸੀ ਕਿ ਉੱਥੇ ਟਾਰਚਾਂ ਵੀ ਚੱਲਦੀਆਂ ਹੋਣ, ਚਾਨਣ ਦਾ ਪ੍ਰਬੰਧ ਕਰਨਾ ਮੈਡੀਕਲ ਸੁਪਰਡੈਂਟ ਦੀ ਡਿਊਟੀ ਹੈ, ਸਰਜਨ ਦੀ ਡਿਊਟੀ ਨਹੀਂ ਹੈ। ਪਰ ਸਰਜਨ ਨੇ ਕਿਉਂਕਿ ਮਰੀਜ਼ ਨੂੰ ਬਚਾਉਣਾ ਹੈ, ਇਸ ਕਰਕੇ ਉਹਨੇ ਕਰਿਆ। ਤੇ ਤੂੰ ਕਿਉਂ ਪਹਿਲਾਂ ਆਪਦੇ ਪ੍ਰਬੰਧ 'ਚ ਨਹੀਂ ਕੰਮ ਕਰਿਆ? ਮੁੜ ਕੇ ਤੂੰ ਜਿਹਨੇ ਉਹਦਾ ਮਾੜਾ ਮੋਟਾ ਹੱਲ ਕਰਤਾ, ਉਹਦੇ ਉੱਤੇ ਤੂੰ ਆਕ ਤਨਖੀਆਂ ਕਰਦਾ, ਫਿੱਟੇ ਮੂੰਹ ਤੇਰੇ। ਬਿਲਕੁਲ। ਸੋ ਇਸ ਕਰਕੇ ਅੱਜ ਜਿਹੜੀ ਸਾਡੀ ਸਮੱਸਿਆ ਹੈ ਉਹ ਇਹ ਹੈ, ਬਾਬੂਗਿਰੀ ਬੈਠੀ ਹੈ, ਚੌਧਰੀ ਬਣ ਕੇ ਬੈਠੇ ਨੇ ਕਿਉਂਕਿ ਉਹਨੂੰ ਲੱਗਦਾ ਨਹੀਂ। ਇਸ ਕਰਕੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਇੱਕ ਪਾਸੇ ਆਪ ਐਜੀਟੇਟ ਕਰਨਾ ਪਊ, ਇੱਕ ਪਾਸੇ ਸਰਕਾਰ ਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹਦੇ 'ਚ ਇਹ ਕਹਿ ਸਕਦੇ ਹਾਂ ਡਾਕਟਰ ਸਾਹਿਬ ਕਿ ਨਾ ਤਾਂ ਅਫਸਰਸ਼ਾਹੀ ਕੰਮ ਕਰਨ ਨੂੰ ਤਿਆਰ ਹੈ, ਤੇ ਨਾ ਤੋਂ ਸਰਕਾਰਾਂ ਦੀ ਨੀਅਤ ਹੈ ਕਿ ਇਹਨਾਂ ਤੋਂ ਕੰਮ ਲੈ ਲਿਆ ਜਾਵੇ। ਇਸੇ ਕਰਕੇ ਡੰਗ ਨੀਤੀ ਦੇ ਤਹਿਤ ਲੰਘੀ ਜਾਂਦਾ ਸਮਾਂ। ਮੇਰਾ ਆਖਰੀ ਸਵਾਲ ਡਾਕਟਰ ਸਾਹਿਬ, ਇਹ ਵੀ ਬਹੁਤ ਅਹਿਮ ਹੈ, ਜਿਹੜੀ ਇੱਕ ਰਿਪੋਰਟ ਛਪੀ ਹੈ, ਗਰੀਬ ਖੁਦਕੁਸ਼ੀਆਂ ਕਰ ਰਹੇ ਨੇ, ਬੜੀ ਹੈਰਾਨੀ ਹੁੰਦੀ ਹੈ ਪੜ੍ਹ ਕੇ ਕਿ ਰਿਪੋਰਟਾਂ ਛਪਦੀਆਂ ਨੇ, ਅੰਕੜੇ ਸਾਹਮਣੇ ਆ ਜਾਂਦੇ ਨੇ, ਕਿਤੇ ਨਾ ਕਿਤੇ
छुपा भी ले जाते ने कि ताकि लोगों के तक नमोशी ना झलनी पे सरकारां नूं। पर चलो ਉਹਦੇ ਉੱਤੇ काम क्यों नहीं ਕੀਤਾ ਜਾਂਦਾ कि खुदकुशियां क्यों कर रहे ने गरीब? आखिरकार कारण की है? देखो काम करने वाले कौन ने? यूनिवर्सिटियां ने ना। एक यूनिवर्सिटी ने कोई प्रोजेक्ट ले लिया, चंगा पैसा आ गया उन्होंने कोले, ਉਹਦੇ ਵਿੱਚ ਲਵਲੀ ਯੂਨੀਵਰਸਿਟੀ ਨੂੰ, PAU, ਲਵਲੀ ਯੂਨੀਵਰਸਿਟੀ, ਇੱਕ ਹੋਰ ਯੂਨੀਵਰਸਿਟੀ, ਤਿੰਨਾਂ ਨੇ ਰਲ ਕੇ ਕਰਿਆ। 30 ਪਰਿਵਾਰਾਂ ਦੀ ਸਟੱਡੀ ਕਰੀ ਪੂਰੇ ਪੰਜਾਬ 'ਚ। 30 ਪਰਿਵਾਰਾਂ ਦੇ ਅਧਿਐਨ ਕਰਿਆ 6 ਜ਼ਿਲ੍ਹਿਆਂ 'ਚ। ਉਹਨਾਂ 'ਚੋਂ 20 ਬਲਾਕ ਚੁਣੇ। ਉਹ 20 ਬਲਾਕ ਕਿਵੇਂ ਚੁਣੇ ਇਹ ਦੱਸਿਆ ਨਹੀਂ ਵੀ ਕਿਉਂ, ਕਿਹੜੇ ਜ਼ਿਲ੍ਹੇ 'ਚੋਂ ਕਿੰਨੇ ਲਏ, ਕਿਵੇਂ ਲਏ, ਕੀ ਤੁਹਾਡਾ ਮਾਪਦੰਡ ਕੀ ਸੀ। ਫਿਰ 20 ਬਲਾਕਾਂ 'ਚੋਂ ਕਿਸੇ 'ਚੋਂ ਲੈ ਲਏ 4 ਪਿੰਡ, ਕਿਸੇ 'ਚੋਂ 1 ਪਿੰਡ। ਇਹ ਨਹੀਂ ਦੱਸਿਆ ਵੀ ਐਂ ਕਿਉਂ ਲਏ ਨੇ। ਫਿਰ ਇੱਕ ਪਿੰਡ 'ਚੋਂ ਕਿਸੇ 'ਚੋਂ 2 ਪਰਿਵਾਰ ਲੈ ਲਏ, ਕਿਸੇ 'ਚੋਂ 1 ਲਿਆ, ਕਿਸੇ ਤੋਂ 3 ਪਰਿਵਾਰ ਲੈ ਲਏ। ਉਹ ਵੀ ਨਹੀਂ ਦੱਸਿਆ ਵੀ ਐਂ ਕਿਉਂ ਕਰਿਆ। ਤੇ ਉਹ ਨਾਲ ਲਿਖਤਾ ਵੀ ਸਾਨੂੰ ਤਾਂ ਕਿਹਾ ਸੀ 10 ਪਰਿਵਾਰਾਂ ਦਾ ਹੀ ਕੰਮ ਕਰਨਾ ਦੇਖਣਾ, ਅਸੀਂ ਤਾਂ 30 ਦਾ ਦੇਖਤਾ। 50 ਪੇਜ ਦੀ ਰਿਪੋਰਟ ਹੈ, ਛਪੀ ਹੋਈ ਰਿਪੋਰਟ ਹੈ, ਚੰਗਾ ਪੈਸਾ ਉੱਤੇ ਖਰਚ ਹੋ ਗਿਆ। 30 ਪਰਿਵਾਰਾਂ ਦਾ, ਮੰਨ ਲਓ 30 ਦਾ ਜਮਾਂ ਹੀ ਠੀਕ ਸਟੱਡੀ ਕਰੀ ਹੋਵੇ, ਉਹ ਬਿਨਾਂ ਦੱਸੇ ਕਿ ਇਹ ਚੁਣੇ ਕਿਵੇਂ ਪਰਿਵਾਰ। ਕੀ ਸ਼ੈਡਿਊਲਡ ਕਾਸਟਾਂ 'ਚ ਕੋਈ ਪਰਿਵਾਰ ਲਿਆ? ਖੁਦਕੁਸ਼ੀ ਤਾਂ ਖੇਤ ਮਜ਼ਦੂਰ ਵੀ ਕਰਦਾ ਨਾ। ਕੀ ਤੁਸੀਂ ਜਿਹੜੇ ਮਾਲਵੇ 'ਚੋਂ, ਮਾਝੇ 'ਚੋਂ, ਦੁਆਬੇ 'ਚੋਂ ਕੋਈ ਪ੍ਰਪੋਰਸ਼ਨੇਟ ਪਰਿਵਾਰ ਲਏ ਨੇ? ਤੁਸੀਂ 30 ਪਰਿਵਾਰਾਂ ਦਾ ਕਰਕੇ ਤੁਸੀਂ ਵੱਡਾ ਪੈਸਾ ਆ ਗਿਆ ਤੁਹਾਡੇ ਕੋਲ, ਨਾਲ ਕਹਿੰਦਾ ਵੀ ਸਾਨੂੰ ਤਾਂ 10 ਦਾ ਹੀ ਕਿਹਾ ਸੀ, ਅਸੀਂ 30 ਦਾ ਕਰਤਾ। ਆਪਦੇ ਆਪ ਨੂੰ ਬਗਾਨੀ ਸ਼ਾਹ ਤੇ ਮੁੱਛਾਂ ਵੀ ਮਨਾਉਣ ਵਾਲੀ ਗੱਲ ਹੋ ਗਈ। ਤੇ ਨਾਲ ਇਹ ਵੀ ਕਰ ਲਿਆ ਕਿ ਚੰਗੀ ਸੋਹਣੀ ਜੀ ਰਿਪੋਰਟ ਵੀ ਛਾਪਤੀ, ਆਪਦੀ ਵੱਡੇ ਵੱਡੇ ਵੀ ਕਰਾ ਲਈ। ਤੇ 30 ਪਰਿਵਾਰਾਂ ਨੂੰ ਸੁਣ ਕੇ ਤੁਸੀਂ ਇਹ ਦੱਸ ਦੋਗੇ ਵੀ ਖੁਦਕੁਸ਼ੀ ਦੇ ਕਾਰਨ ਕੀ ਨੇ ਤੇ ਇਹਦੇ ਹੱਲ ਕੀ ਨੇ। ਆਹ ਤਾਂ ਸਾਡਾ ਤਰੀਕਾ। ਹੁਣ ਇਹ ਤਾਂ ਸਰਕਾਰ ਨੇ ਨਹੀਂ ਨਾ ਕੁਛ ਕਰਿਆ, ਇਹ ਤਾਂ ਵਿਦਵਾਨਾਂ ਨੇ ਕਰਿਆ ਨਾ। ਵਿਦਵਾਨਾਂ ਨੇ ਦੱਸਿਆ ਨਹੀਂ ਅਸੀਂ ਚੁਣਿਆ ਕਿਵੇਂ ਇਹਨਾਂ ਨੂੰ। ਫਿਰ ਤਾਂ ਅਸੀਂ ਇਹਨੂੰ ਕਹਿੰਦੇ ਆਰਬਿਟਰੀਨੈਸ, ਬਾਇਸ, ਵੀ ਜਿਹੜਾ ਮਰਜ਼ੀ ਲਾ ਲਓ। ਜੇ ਮੈਂ ਜੱਟ ਹਾਂ, ਮੈਂ ਜੱਟਾਂ ਦੇ ਪਰਿਵਾਰ ਲੈ ਕੇ ਕਹਿ ਦੂੰਗਾ ਵੀ ਇਹਨਾਂ 'ਚ ਆਹ ਕਾਰਨ ਨੇ। ਜੇ ਮੈਂ ਸ਼ੈਡਿਊਲਡ ਕਾਸਟ ਹਾਂ, ਮੈਂ ਸ਼ੈਡਿਊਲਡ ਕਾਸਟਾਂ ਦੇ ਲੈ ਲੂੰ। ਜੇ ਮੈਂ ਬਾਣੀ ਹਾਂ, ਮੈਂ ਕਹੂੰਗਾ ਇਹਨਾਂ ਦੇ ਤਾਂ ਕੁਛ ਹੈ ਹੀ ਨਹੀਂ, ਇਹ ਤਾਂ ਐਵੇਂ ਕਰਜ਼ਾ, ਇਹ ਤਾਂ ਸ਼ਰਾਬ ਪੀਣ ਵਾਸਤੇ ਕਰਜ਼ਾ ਲੈ ਲੈਂਦੇ ਨੇ, ਸਾਨੂੰ ਪਤਾ ਹੈ। ਜੇ ਮੈਂ ਬਾਇਸ ਨਾ, ਜੇ ਬਾਇਸ ਨਹੀਂ ਹੈਗਾ ਫਿਰ ਮੇਰਾ ਸੈਂਪਲ ਠੀਕ ਹੋਊ। ਫਿਰ ਮੈਂ ਜਿਹੜੀ ਮਰਜ਼ੀ ਜਾਤ ਦਾ, ਜਿਹੜੇ ਮਰਜ਼ੀ ਧਰਮ ਦਾ, ਜਿਹੜੇ ਮਰਜ਼ੀ ਸ਼ੋਭੇ ਦਾ, ਫਿਰ ਕਿਉਂਕਿ ਮੈਂ ਵਿਗਿਆਨਕ ਸਟੱਡੀ ਕਰੀ ਹੈ। ਆਹ ਪ੍ਰੋਬਲਮ ਹੈ ਸਾਡੀ। ਇਹ ਹੁਣ ਤੱਕ ਤੁਸੀਂ ਦੇਖ ਲਓ, ਇੱਥੇ ਇੱਕ ਵੱਡੇ ਵਿਦਵਾਨ ਨੇ ਸਟੱਡੀ ਕਰੀ, ਉਹਨੇ ਕਿਹਾ ਵੀ ਰੂਰਲ ਏਰੀਆ ਦੇ ਬੱਚੇ ਜਿਹੜੇ ਨੇ, ਪਿੰਡਾਂ ਦੇ ਬੱਚੇ ਕਿੰਨੇ ਕੁ ਪੜ੍ਹਦੇ ਨੇ। ਉਹਨੇ ਪਿੰਡ ਦੀ ਡੈਫੀਨੇਸ਼ਨ ਹੀ ਆਪਦੀ ਮਰਜ਼ੀ ਦੀ ਬਣਾ ਲਈ। ਹੁਣ ਜਦ ਉਹਨੇ ਪਰਿਭਾਸ਼ਾ ਹੀ ਆਪਦੀ ਮਰਜ਼ੀ ਦੀ ਬਣਾ ਲਈ, ਜਿਹੜਾ ਮੈਂ ਦੁਕਾਨਦਾਰ ਰਿਹਾ, ਜਿਹੜਾ ਦੁਕਾਨਦਾਰ 1 ਕਿਲੋ ਵਜਨ ਦੀ ਬਜਾਏ 800 ਗ੍ਰਾਮ ਨੂੰ ਹੀ ਕਿਲੋ ਕਹਿਣ ਲੱਗ ਜੇ, ਜਾਂ 1200 ਗ੍ਰਾਮ ਨੂੰ, ਜਦ ਕਿਸੇ ਦਾ ਚੀਜ਼ ਲੈਣੀ ਹੈ ਉਦੋਂ 1200 ਗ੍ਰਾਮ ਦੇ ਬੱਟੇ ਨੂੰ ਕਿਲੋ ਕਹਿ ਦੇ, ਜਦ ਕਿਸੇ ਨੂੰ ਦੇਣੀ ਹੈ ਉਦੋਂ 800 ਗ੍ਰਾਮ ਦੇ ਨੂੰ ਕਿਲੋ ਕਹਿ ਦੇ, ਤੇ ਫਿਰ ਤਾਂ ਕਿਲੋ ਤਾਂ ਹੋਣਾ ਨਹੀਂ ਨਾ, ਕਿਉਂਕਿ ਉਹਨਾਂ ਦਾ ਮਾਪਦੰਡ ਹੀ ਬਦਲ ਲਿਆ, ਆਪਦੀ ਮਰਜ਼ੀ ਦਾ ਬਣਾ ਲਿਆ ਵੀ ਮੈਂ ਤਾਂ ਇਹਨੂੰ ਕਿਲੋ ਕਹੂੰਗਾ। ਫਿਰ ਜੇ ਉਹਨੂੰ ਮੰਨ ਲਓ ਸੱਚ, ਕਿਉਂਕਿ ਉਹ ਵਿਦਵਾਨ ਹੈ, ਤੇ ਫਿਰ ਪਾਸ ਤਾਂ ਪੈ ਗਿਆ ਪਹਿਲਾਂ ਹੀ। ਸੋ ਮਾਪਦੰਡ ਹੀ ਗਲਤ ਬਣਾ ਲੈਂਦੇ ਨੇ, ਕਿਉਂਕਿ ਉਹਨਾਂ ਨੇ ਤਾਂ ਆਪਦੇ ਪੇਪਰ ਛਾਪਣਾ ਹੈ। ਉਸ ਵਿਦਵਾਨ ਨੂੰ ਕੋਈ ਪੁੱਛ ਲੈ ਵੀ ਦੱਸ ਤੂੰ ਪਿੰਡ ਦੀ ਡੈਫੀਨੇਸ਼ਨ ਕਿਵੇਂ ਬਦਲਤੀ। ਹੁਣ ਉਹ ਕੀ ਕਰੀਏ, ਕਿਹਦੇ ਮਾਂ ਨੂੰ ਮਾਸੀ ਕਹਾਂਗੇ। ਇੱਥੇ ਤਾਂ ਸਰਕਾਰਾਂ ਮੁਹੱਲਾ ਕਲੀਨਿਕ ਕਹਿ ਕੇ ਕਹਿੰਦੇ 117 ਬਲਾਕਾਂ 'ਚ 117 ਕਲੀਨਿਕ ਬਣਾਵਾਂਗੇ, ਉਹ ਮੁਹੱਲਾ ਕਲੀਨਿਕ ਹੋਣਗੇ। ਇਹ ਤਾਂ ਬਲਾਕ ਨੂੰ ਮੁਹੱਲਾ ਬਣਾਤਾ, ਉਹਨੇ ਤਾਂ ਵਿਚਾਰੇ ਨੇ ਪਿੰਡ ਦੀ ਡੈਫੀਨੇਸ਼ਨ ਬਦਲੀ ਸੀ, ਇਹਨਾਂ ਨੇ ਤਾਂ ਬਲਾਕ ਦੀ ਬਦਲਤੀ ਤੇ ਮੁਹੱਲੇ ਦੀ ਵੀ ਬਦਲਤੀ। ਸੋ ਇਸ ਕਰਕੇ ਕੁਛ ਨਹੀਂ ਕਿਹਾ ਜਾ ਸਕਦਾ। ਇੱਥੇ ਇਹੀ ਹੈ ਵੀ ਸਾਡੇ ਵਿਦਵਤਾ ਦੀ ਘਾਟ ਹੈ, ਸਾਡੇ ਬੁੱਧ ਕੰਗਾਲੀ ਹੋ ਗਈ ਹੈ, ਬੇਈਮਾਨੀ ਹੋ ਗਈ ਹੈ, ਹਿੰਮਤ ਨਹੀਂ ਕਿਸੇ 'ਚ, ਮੋਰਲ ਕਰਜ ਨਹੀਂ ਹੈ ਕੰਮ ਕਰਨ 'ਚ। ਇਹ ਪੰਜਾਬ ਤਾਂ ਸੰਕਟ 'ਚ ਹੈ। ਅੱਜ ਇਹਨੂੰ ਮੁੜ ਕੇ ਨਿਕਲਣ ਵਾਸਤੇ ਲੋਕਾਂ ਨੂੰ ਇਕੱਠੇ ਹੋਣਾ ਪਊ। ਇਹਨਾਂ ਨੇ ਕੁਛ ਨਹੀਂ ਕਰਨਾ। ਇਹ ਤੁਹਾਨੂੰ ਮੈਂ ਹੁਣ ਕਹਿ ਦਿੰਦਾ, ਕਹਿੰਦੇ ਬਿਨਾਂ ਮਾਂ ਤਾਂ ਰੋਏ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਸੋ ਸਾਡੀ ਅੱਜ ਹਾਲਤ ਇਹ ਹੋਈ ਹੈ, ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰੋ ਡਰਿਆ, ਕੂੜ ਅਮਾਸ ਸੱਚ ਚੰਦਰਮਾ, ਤੀਸੇ ਨਾਹੀ ਕਹਿ ਚੜਿਆ। ਸਾਡੇ ਵਿਦਵਾਨਾਂ ਦੀ ਹਾਲਤ ਇਹ ਹੋਈ ਹੈ, ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ।